ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਤਸ਼ਾਹੀ। ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਗਰੀਬ ਨਵਾਜ ਪਾਤਸ਼ਾਹ ਨੇ ਸ਼ਾਮ ਦੇ ਸਮੇਂ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਕੁਝ ਸਮੇਂ ਤੋਂ ਪੰਥ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੀ ਲਿਖਤ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਜੋ ਇਤਿਹਾਸਕ ਕਥਾ ਹੈ ਗੁਰੂ ਪੰਥ ਖਾਲਸੇ ਦੀ, ਉਹ ਆਪਾਂ ਲੜੀ ਤਹਿਤ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। 2 ਦਿਨ ਕਥਾ ਜਿਹੜੇ ਹੈ ਉਹ ਨਹੀਂ ਹੋ ਸਕੀ। ਆਪ ਜੀ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਨਵੀਂ ਵਿਛਾਈ ਦਾ ਕੰਮ ਜਿਹੜਾ ਚੱਲ ਰਿਹਾ ਸੀ, ਉਹ ਗੁਰੂ ਪਾਤਸ਼ਾਹ ਮਹਾਰਾਜ ਨੇ ਬੇਅੰਤ ਕਿਰਪਾ ਕੀਤੀ ਹੈ। ਕਿਉਂਕਿ ਵੱਡਾ ਕਾਰਜ ਸੀ, ਸੰਗਤ ਨੇ ਬੇਅੰਤ ਸਹਿਯੋਗ ਦਿੱਤਾ। ਮਾਈ ਭਾਈ ਨੇ ਤੇ ਸਾਰੇ ਦਰਬਾਰ ਦੇ ਵਿੱਚ ਲਗਭਗ 4000 ਸਕੁਅਰ ਫੁੱਟ ਆਪਣਾ ਦਰਬਾਰ ਹੈ, ਜਿੱਥੇ ਬਹੁਤ ਸੋਹਣੀ ਸੁੰਦਰ ਵਿਛਾਈ ਜਿਹੜੀ ਹੈ ਉਹ ਹੋ ਚੁੱਕੀ ਹੈ। ਇਸ ਕਰਕੇ 2 ਦਿਨ ਇਸ ਕਾਰਜ ਦੇ ਵਿੱਚ ਫਿਰ ਜਦੋਂ ਵਿਛਾਈ ਹੁੰਦੀ ਸੀ, ਮਹਾਰਾਜ ਦਾ ਸੁਖ ਆਸਣ ਸ਼ਾਮ ਦੇ ਸਮੇਂ ਕਰਨਾ ਪੈਂਦਾ ਸੀ। ਆਓ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੜੀ ਤਹਿਤ ਆਪਾਂ ਨੂੰ ਅੱਜ ਮਹਾਰਾਜ ਦੀ ਹਜ਼ੂਰੀ 'ਚ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪਾਂ 7ਵੇਂ ਅਧਿਆਏ ਤੋਂ
2 ਦਿਨ ਪਹਿਲਾਂ ਕਥਾ ਸਰਵਣ ਕੀਤੀ ਸੀ। ਮੁੱਢਲੀ ਕਥਾ ਕਿ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਹਿਲਾਂ 7ਵੇਂ ਅਧਿਆਏ 'ਚ ਮੰਗਲ ਕੀਤਾ ਹੈ। ਹਰ ਅਧਿਆਏ ਦੇ ਪਹਿਲਾਂ ਇੱਕ ਗੁਰੂ ਸਾਹਿਬਾਨ ਦਾ ਮੰਗਲ ਗਿਆਨੀ ਗਿਆਨ ਸਿੰਘ ਜੀ ਨੇ ਕੀਤਾ। ਪਹਿਲੇ ਪਾਤਸ਼ਾਹ, ਦੂਜੇ, ਤੀਜੇ, ਚੌਥੇ, ਇਸ 7ਵੇਂ ਅਧਿਆਏ ਦੇ ਅੱਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ 5ਵੇਂ ਗੁਰਦੇਵ ਦਾ ਮੰਗਲ ਕਰਦਿਆਂ ਕਿਹਾ ਹੈ ਕਿ ਗੁਰੂ ਮਹਾਰਾਜ ਜੋ ਹਨ ਉਹ ਆਪਣੇ ਸਿੱਖ ਦੇ ਹਿਰਦੇ ਦੇ ਵਿੱਚੋਂ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰਨ ਵਾਲੇ ਸੂਰਜ ਵਾਂਗ ਨੇ ਔਰ ਹਿਰਦੇ ਵਿੱਚ ਅੰਮ੍ਰਿਤ ਬਰਸਾਉਣ ਵਾਂਗੂ ਚੰਦਰਮਾ ਸਮਾਨ ਹਨ। ਜਿਹੜੀਆਂ ਚਿੱਤ ਦੀਆਂ ਚਿੰਤਾ ਹਨ ਉਹਨਾਂ ਨੂੰ ਮੇਟਣ ਵਾਸਤੇ ਚਿੰਤਾ ਮਣੀ ਦੇ ਰੂਪ ਹੈ ਔਰ ਉਹ ਕਾਮਨਾ ਪੂਰੀਆਂ ਕਰਨ ਵਾਸਤੇ ਮਹਾਰਾਜ ਹੀ ਕਲਪ ਵਿਰਸ਼ ਹਨ। ਔਰ ਸਤਿਗੁਰੂ ਦੇ ਚਰਨ ਜਿਹੜੇ ਹਨ ਐਸੇ ਪਵਿੱਤਰ ਜਹਾਜ਼ ਨੇ ਜਿਨ੍ਹਾਂ ਨੂੰ ਪਕੜ ਕਰਕੇ ਬੇਅੰਤ ਵੱਡੇ ਤੋਂ ਵੱਡੇ ਪਾਪੀ ਵੀ ਸੰਸਾਰ ਤੋਂ ਪਾਰ ਹੋ ਗਏ। ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਮੈਂ ਐਸੇ ਪਵਿੱਤਰ ਸਰੂਪ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਬੇਨਤੀ ਸਹਿਤ ਨਮਸਕਾਰ ਕਰਦਾ, ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ। ਜੋ ਕਵਿਤ ਉਚਾਰਿਆ ਬੜਾ ਭਾਵ ਪੂਰਤ ਆਪ ਜੀ ਨੇ ਸਰਵਣ ਕੀਤਾ ਸੀ। ਉਹਦੀ ਆਖਰੀ ਤੋਂ 91 ਕਰਕੇ ਅਰਥ ਨੂੰ ਪਹਿਲਾਂ ਅਰਥ ਕਰ ਲਵਾਂਗੇ। ਦੇਖੀਏ ਉਜਾਗਰ ਭਵ ਸਾਗਰ ਜਨ ਤਾਰਬੇ ਕੋ, ਪੰਚਮ ਗੁਰੂ ਜੋ ਗੁਰੂ ਗ੍ਰੰਥ ਨਾ ਬਣਾਵਤੇ। ਕਹਿੰਦੇ ਜੇ ਭਾਈ 5ਵੇਂ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਾ ਤਿਆਰ ਕਰਦੇ ਨਾ ਤਾਂ ਫਿਰ ਪਹਿਲੀ ਤੁਕ ਵਿੱਚ ਕਿਹਾ ਪੂਰ ਜਾਤੋ ਪਾਪ ਤੀਨ ਤਾਪ ਕੋ ਸੰਤਾਪ ਸਾਂਪ। ਆ ਜਿਹੜਾ ਸੰਸਾਰ ਸੀ ਪੂਰ ਜਾਤੋ ਪਾਪਾਂ ਨਾਲ ਭਰ ਜਾਣਾ ਸੀ। ਤਿੰਨੇ ਤਾਪ ਰੂਪੀ ਦੁੱਖ ਰੂਪੀ ਸੱਪ ਜਿਹੜੇ ਸਨ ਇਹਦੇ ਨਾਲ ਹੀ ਭਰ ਜਾਂਦਾ। ਜਾਪ ਤਾਪ ਧਰਮ ਨੇਮ ਪ੍ਰੇਮ ਨਾ ਰਹਾ ਹਾਵ ਤੇ। ਜਿੰਨੇ ਮਾਈ ਭਾਈ ਸੀ ਜਪ ਤਪ ਧਰਮ ਨੇਮ ਪ੍ਰੇਮ ਭੁੱਲ ਜਾਂਦੇ। ਭਗਤੀ ਭਗਵੰਤ ਸੰਤ ਸੇਵਾ ਬਿਰਤੰਤ ਛੋੜ। ਲੋਕੀ ਭਗਤੀ ਭਗਵੰਤ ਦੀ ਛੱਡ ਦਿੰਦੇ, ਸੰਤ ਸੇਵਾ ਛੱਡ ਦਿੰਦੇ। ਜੰਤ ਬਹਿ ਜਾਤੇ ਭਵ ਔ ਅੰਤ ਹੋ ਨਾ ਪਾਵਤੇ। ਸਾਰੇ ਜੀਆ ਜੰਤ ਜਿੰਨੇ ਮਨੁੱਖ ਸਨ ਗੁਰਮੁਖੋ ਭਵ ਸਾਗਰ ਚ ਰੁੜ ਜਾਂਦੇ, ਅੰਤ ਨਹੀਂ ਸੀ ਪਾ ਸਕਦੇ। ਸਤ ਸੀਲ ਸੰਜਮ ਸੁਕ੍ਰਿਤ ਸਮਦਮ ਆਦ। ਸਤ ਸੀਲ ਸਹਿਜ ਸੁਭਾਅ ਸੰਜਮ ਸ੍ਰੇਸ਼ਟ ਕ੍ਰਿਤ। ਸਮਦਮ ਮਨ ਇੰਦਰੀਆਂ ਨੂੰ ਰੋਕਣਾ ਇਹ ਸਾਰਾ ਭੁੱਲ ਜਾਂਦੇ। ਗਿਆਨ ਸਿੰਘ ਗਿਆਨ ਉਹ ਵਿਰਾਗ ਨਾ ਦਰਸਾਵਤੇ। ਗਿਆਨ ਸਿੰਘ ਜੀ ਕਹਿੰਦੇ ਗਿਆਨ ਤੇ ਵਿਰਾਗ ਵੀ ਨਹੀਂ ਸੀ ਕਿਤੇ ਦਿਸਣਾ। ਦੇਖੀਏ ਉਜਾਗਰ ਭਵ ਸਾਗਰ ਜਨ ਤਾਰਵੇ ਕੋ, ਪੰਚਮ ਗੁਰੂ ਜੋ ਗੁਰੂ ਗ੍ਰੰਥ ਨਾ ਬਣਾਵਤੇ। ਤੋ ਭਾਵੇਂ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ। ਇਹ ਮੰਗਲ ਕਰਨ ਤੋਂ ਬਾਅਦ ਫਿਰ ਦੱਸਿਆ ਕਿ ਗੁਰੂ ਸਾਹਿਬ ਜੀ ਇੱਥੋਂ ਚੱਲ ਕਰਕੇ ਗੁਰਮੁਖੋ ਅੱਗੇ ਦਿੱਲੀ ਤੋਂ ਚੱਲੇ ਜਦੋਂ ਮਹਾਰਾਜ ਫਿਰ ਉੜੀਸਾ ਕਾਮਰੂ ਦੇਸ਼ ਬੰਧਿਆਂਚਲ ਦਾ ਜਿਹੜਾ ਸੈਰ ਕੀਤਾ। ਇੱਥੋਂ ਚੱਲ ਕੇ ਮਹਾਰਾਜ ਬੋਧ ਗਇਆ ਪਹੁੰਚੇ ਹੈ, ਜਿੱਥੇ ਬੁੱਧ ਅਵਤਾਰ ਲੋਕ ਆ ਕੇ ਗੁਰੂ ਮਹਾਰਾਜ ਨੂੰ ਮਿਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਲਗੂ ਨਦੀ ਦੇ ਕਿਨਾਰੇ ਬੈਠੇ ਹੈ। ਪੰਡਨ ਕੋ ਸਿੱਖ ਦੈ ਬਹੁ ਭਾਏ। ਪੰਡਿਆਂ ਨੂੰ ਗੁਰੂ ਮਹਾਰਾਜ ਨੇ ਬਹੁਤ ਤਰ੍ਹਾਂ ਕਰਕੇ ਸਿੱਖਿਆ ਦਿੱਤੀ। ਬਿਹਾਰ ਦਾ ਮਗਧ ਇੱਕ ਸ਼ਹਿਰ ਹੈ, ਉੱਥੇ ਮਹਾਰਾਜ ਪਹੁੰਚੇ। ਮੇਲਾ ਲੱਗਿਆ ਹੈ ਤੇ ਬ੍ਰਹਮਾ ਆਦਿਕ ਦੇਵਤਿਆਂ ਦੇ ਸਰੋਵਰ ਨੇ। ਵੇਖੇ ਗੁਰੂ ਗਰਮ ਜਲ ਤਰਜੋ। ਸਤਿਗੁਰੂ ਪਾਤਸ਼ਾਹ ਉੱਥੇ ਪਹੁੰਚੇ ਹਨ। ਪਾਨ ਹੇਤ ਲੋਗਨ ਕੋ ਗੁਰੂ। ਪਾਨ ਕਹੀਏ ਪੀਣਾ। ਦਇਆ ਧਾਰ ਚਸ਼ਮਾ ਕੀਏ ਸ਼ੁਰੂ। ਕਿਉਂਕਿ ਉਹ ਪਾਣੀ ਗਰਮ ਹੁੰਦਾ ਸੀ, ਪੀਣ ਦੇ ਯੋਗ ਨਹੀਂ ਸੀ। ਮਹਾਰਾਜ ਨੇ ਇੱਥੇ ਚਸ਼ਮਾ ਪੈਦਾ ਕੀਤਾ ਜੋ ਹੁਣ ਤੱਕ ਮਿੱਠੇ ਪਾਣੀ ਵਾਲਾ ਚਸ਼ਮਾ ਉਸੇ ਤਰ੍ਹਾਂ ਚੱਲਦਾ ਹੈ। ਤੋ ਇੱਥੇ ਫਿਰ ਚਰਚਾ ਕਰਨ ਵਾਸਤੇ ਸਭ ਤੋਂ ਪਹਿਲਾਂ ਬੋਧੀ ਮੱਤ ਵਾਲੇ ਜਿਹੜੇ ਹਨ ਉਹ ਮਹਾਰਾਜ ਦੇ ਕੋਲੇ ਆਏ, ਜਿਹੜੇ ਲੋਕ ਤੇ ਪਰਲੋਕ ਨੂੰ ਮੰਨਦੇ ਨਹੀਂ।
ਔਰ ਪਰਮੇਸ਼ਰ ਨੂੰ ਨਹੀਂ ਮੰਨਦੇ, ਪਰਮੇਸ਼ਰ ਵੱਲੋਂ ਨਾਸਤਕ ਨੇ। ਉਸ ਦਿਨ ਵੀ ਦੱਸਿਆ ਸੀ ਬੁੱਧ ਧਰਮ ਕਰਮ ਤੇ ਖੜਾ ਹੈ, ਪ੍ਰਮਾਤਮਾ ਰੂਪ ਸ਼ਕਤੀ ਨੂੰ ਨਹੀਂ ਮੰਨਦਾ। ਕਹਿਣ ਲੱਗੇ ਮਹਾਰਾਜ ਸਾਡੇ ਮਤ ਵਿੱਚ ਇਹ ਦ੍ਰਿੜ ਹੈ, ਬੁੱਧ ਭਗਵਾਨ ਜਿਹੜਾ ਹੈ ਉਹ ਸਾਰਿਆਂ ਦੇ ਹਿਰਦੇ ਵਿੱਚ ਹੀ ਵਸਦਾ ਹੈ। ਇਹ ਜਿਹੜੀ ਦੇਹੀ ਹੈ ਇਹਨੂੰ ਪਾਲ ਲੈਣਾ ਹੀ ਅਸਲ ਪੁਰਸ਼ਾਰਥ ਹੈ, ਪ੍ਰਮੁੱਖ ਹੈ। ਜਨਮ ਭਰਮ ਸਮਝਣ ਪਰਮਾਰਥ, ਜਨਮ ਮਰਨ ਜਿਹੜਾ ਇਹ ਭਰਮ ਹੈ, ਕਹਿੰਦੇ ਬਸ ਇਸ ਨੂੰ ਸਮਝ ਲੈਣਾ ਹੀ ਪਰਮਾਰਥੀ ਗੱਲ ਹੈ। ਨਾ ਅਸੀਂ ਦੇਹ ਤੋਂ ਭਿੰਨ ਕਿਸੇ ਜੀਵ ਆਤਮਾ ਨੂੰ ਮੰਨਦੇ ਹਾਂ। ਜੋ ਮਰ ਗਿਆ ਸਮਝੋ ਉਹ ਮੁਕਤ ਹੋ ਗਿਆ, ਐਸਾ ਉਹਨਾਂ ਦਾ ਗੁਰਮੁਖੋ ਮਤ ਹੈ। ਦੇਹ ਨੂੰ ਦੁਖੀ ਕਰਨਾ ਇਹ ਅਗਿਆਨਤਾ ਹੈ। ਦੁੱਖ ਤੇ ਸੁੱਖ ਹੀ ਨਰਕ ਸਵਰਗ ਨੇ। ਇਉਂ ਇਹੋ ਜਿਹੀਆਂ ਜਦੋਂ ਉਹਨਾਂ ਗੱਲਾਂ ਕੀਤੀਆਂ, ਗੁਰੂ ਮਹਾਰਾਜ ਕਹਿੰਦੇ ਤੁਹਾਡਾ ਮਤ ਝੂਠਾ ਹੈ। ਇਸ ਕਰਕੇ ਤੁਮਕੋ ਬੁੱਧ ਭਗਵਾਨ ਸੋ ਮੁਤ। ਉਹਨੇ ਮਤ ਦੜਾਇਆ ਕਾਹਦੇ ਬਾਕਸ ਤੇ ਸੀ? ਨਾਸਤਕਾਂ ਨੂੰ ਜਿਹੜੇ ਹਨ ਇਹ ਨਾਸਤਕ ਮਤ ਉਹਨਾਂ ਨੇ ਤਾਂ ਦ੍ਰਿੜ ਕਰਵਾਇਆ ਸੀ, ਮਤ ਦੜਾਏ ਜਹ ਰਾਖਸ਼ ਮਾਰੇ, ਰਾਖਸ਼ਾਂ ਨੂੰ ਮਾਰਨਾ ਸੀ। ਤੇ ਤੁਸੀਂ ਕਹਿੰਦੇ ਉਸ ਗੱਲ ਨੂੰ ਸਦਾ ਵਾਸਤੇ ਲੈ ਕੇ ਬੈਠ ਗਏ। ਇਹ ਜਾਣੋ ਕਿ ਜੀਵ ਆਤਮਾ ਤਨ ਤੋਂ ਨਿਆਰਾ ਹੈ, ਤੇ ਜਿਹੋ ਜੇ ਕੋਈ ਕਰਮ ਕਰਦਾ ਉਸ ਸਭ ਨੂੰ ਫਲ ਭੋਗਣਾ ਪੈਂਦਾ ਹੈ। ਪਰਮੇਸ਼ਰ ਦਾ ਨਾਮ ਜਪਣਾ, ਗਿਆਨ ਦੀ ਪ੍ਰਾਪਤੀ ਕਰ ਲੈਣੀ ਭਗਤੀ ਭਾਵ ਦੇ ਵਿੱਚ, ਫੇਰ ਹੀ ਭਵਜਲ ਦੇ ਬੰਧਨ ਕੱਟੇ ਜਾਂਦੇ ਹਨ। ਗੁਰੂ ਮਹਾਰਾਜ ਦੇ ਉਹਨਾਂ ਬਚਨ ਮੰਨੇ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕੀਤਾ। ਫਿਰ ਸ਼ਾਂਖ ਮੱਤ ਵਾਲੇ ਆਏ ਨੇ, ਉਹਨਾਂ ਨੇ ਗੁਰੂ ਮਹਾਰਾਜ ਨੂੰ ਕੁਝ ਬਚਨ ਕਹੇ, ਸਵਾਲ ਕੀਤੇ ਹਨ ਕਿ ਜਿਹੜੀ ਪੁਰਖ ਹੈ ਪ੍ਰਕਿਰਤੀ ਪੁਰਖ ਅਧੀਨਾ, ਈਸ਼ਵਰ ਦੇ ਅਧੀਨ ਹੈ। ਇਹ ਮਾਇਆ ਜਿਹੜੀ ਹੈ ਪ੍ਰਕਿਰਤੀ ਜੜ ਹੈ। ਇਸ ਕਰਕੇ ਕਹਿੰਦੇ ਜਿਹੜੀ ਮਾਇਆ ਹੈ ਇਹ ਕਾਰਨ ਰੂਪ ਹੈ, ਇਹਦੇ ਦੁਆਰਾ ਹੀ ਸੰਸਾਰ ਰਚਿਆ। ਮਹਾਰਾਜ ਕਹਿੰਦੇ ਮਾਇਆ ਜਿਹੜੀ ਹੈ ਪ੍ਰਕਿਰਤੀ ਜੜ ਹੈ, ਫਿਰ ਇਹਨੂੰ ਤੁਸੀਂ ਕਾਰਨ ਕਿਵੇਂ ਕਹਿ ਸਕਦੇ ਹੋ? ਜੇ ਜੜ ਮਾਇਆ ਜਗਤ ਨੂੰ ਪੈਦਾ ਕਰਦੀ ਹੈ, ਫਿਰ ਉਹ ਆਪ ਜੜ ਪੱਥਰ ਹੈ, ਉਹ ਤੁਰਨ ਫਿਰਨ ਕਿਉਂ ਨਹੀਂ ਲੱਗ ਜਾਂਦਾ, ਭਜਦਾ ਕਿਉਂ ਨਹੀਂ ਕਿਸੇ ਪਾਸੇ? ਇਸ ਕਰਕੇ ਸੱਚਿਤ ਆਨੰਦ ਈਸ਼ਵਰ ਪਰਮਾਤਮਾ ਜੋ ਹੈ ਉਹੀ ਭਾਈ ਸਾਰੇ ਜਗਤ ਦਾ ਕਾਰਨ ਹੈ। ਇਉਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ। ਉਹ ਸਾਂਖ ਮੱਤ ਵਾਲੇ ਵੀ ਗੁਰੂ ਕੇ ਸਿੱਖ ਬਣੇ, ਗੁਰੂ ਮਹਾਰਾਜ ਦਾ ਬਚਨ ਮੰਨ ਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਿਆ। ਫਿਰ ਪਤੰਜਲੀ ਵਾਲੇ ਆਏ ਨੇ, ਉਹਨਾਂ ਨੇ ਖੜ ਚੱਕਰਾਂ ਨੂੰ ਹੀ ਮੁੱਖ ਦੱਸਿਆ ਕਿ ਇਹਨਾਂ ਨੂੰ ਭੇਦਣਾ। ਖੜ ਚੱਕਰ ਉਸ ਦਿਨ ਆਪਾਂ ਦੱਸੇ ਸੀ 6 ਚੱਕਰ, ਤੇ ਜਿਹੜਾ ਕੋਈ ਭੇਦ ਲੈਂਦਾ ਉਹ ਮੁਕਤੀ ਹੋ ਜਾਂਦੀ ਹੈ, ਕੋਈ ਸੰਸ਼ੇ ਵਾਲੀ ਗੱਲ ਨਹੀਂ ਹੈ। ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਸਤਿਗੁਰ ਕਹਿਓ ਵੇਦ ਨੂੰ ਚੱਕਰ। ਮਹਾਰਾਜ ਕਹਿੰਦੇ ਜਿਹੜਾ ਤੁਹਾਡੇ ਵਾਲੇ ਕਰਮ ਨੇ, ਅੱਜ ਉਹ ਸਮਾਂ ਨਹੀਂ, ਮਨੁੱਖੀ ਜ਼ਿੰਦਗੀ ਕੋਈ ਬਹੁਤੀ ਵੱਡੀ ਨਹੀਂ ਹੈ। ਇਹ ਪਿਛਲੇ ਯੁੱਗਾਂ ਦਾ ਧਰਮ ਹੋ ਸਕਦਾ ਹੈ। ਹੁਣ ਇਹ ਸੀ ਮਸ਼ੱਕਤ ਕਰਨ ਦੀ ਲੋੜ ਨਹੀਂ ਹੈ ਤੇ ਨਾ ਕੋਈ ਕਰ ਸਕਦਾ ਹੈ। ਇਸ ਕਰਕੇ ਭਾਈ ਨਾਮ ਔਰ ਭਗਤੀ, ਤੇ ਨਾਮ ਭਗਤੀ ਦੇ ਨਾਲ ਨਾਲ ਗਿਆਨ, ਇਹੀ ਕਲਯੁਗ ਦੇ ਵਿੱਚ ਸੁਖੈਨ ਮੁਕਤੀ ਦਾ ਰਸਤਾ ਹੈ। ਗੁਰੂ ਮਹਾਰਾਜ ਨੇ ਉਹਨਾਂ ਨੂੰ ਐਸਾ ਉਪਦੇਸ਼ ਦਿੱਤਾ। ਫਿਰ ਭਾਈ ਜਿਹੜੇ ਹਨ ਨਿਆਇਕ ਮਤ ਵਾਲੇ ਆਏ, ਕਾਪਲ ਵਾਲੇ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਜੋ ਸਵਾਲ ਕੀਤੇ, ਆਓ ਕੁਝ ਐਸੇ ਬਚਨ ਇੱਥੇ ਜਿਹੜੇ ਹੋਏ ਹਨ। ਉਹ ਗਿਆਨੀ ਗਿਆਨ ਸਿੰਘ ਜੀ, ਕਿਉਂਕਿ ਜਿੱਥੇ ਇਤਿਹਾਸ ਲਿਖਦੇ ਐ ਉੱਥੇ ਫਿਰ ਨਾਲ ਦੀ ਨਾਲ ਵਿਦਵਤਾ ਹੁੰਦੀ ਹੈ, ਗੁਰਮੁਖ ਜਨ ਦਿਖਾ ਦਿੰਦੇ ਨੇ ਕਿ ਕੱਲ ਨੂੰ ਕੋਈ ਉੱਠ ਕੇ ਨਾ ਕਹਿ ਦੇ ਵੀ ਇਹ ਤਾਂ ਆਮ ਜਿਹਾ ਹੀ ਕੋਈ ਲੱਗਦਾ ਹੈ ਕਵੀ, ਕੋਈ ਇੰਨੀ ਡੂੰਘੀ ਗੱਲ ਤਾਂ ਇਹਨੂੰ ਆਉਂਦੀ ਲੱਗਦੀ ਨਹੀਂ, ਸਿੱਧਾ ਸਾਦਾ ਇਤਿਹਾਸ ਲਿਖਦਾ ਹੈ। ਉਹ ਵੀ ਫਿਰ ਉਹ ਸ਼ੰਕੇ ਜੇ ਖਤਮ ਕਰਨ ਵਾਸਤੇ ਗਿਆਨੀ ਗਿਆਨ ਸਿੰਘ ਜੀ ਇਹ ਵਿਦਵਤਾ ਹੀ ਇੱਥੇ ਦਿਖਾ ਰਹੇ ਹੈ ਕਿ ਗੁਰਮੁਖੋ ਐਸੇ ਸਵਾਲ ਕੀਤੇ, ਕਿਉਂਕਿ ਜਿਹਨੂੰ ਹੁਣ ਕੋਈ ਗਿਆਨ ਹੋ ਉਹੀ ਇਹਨੂੰ ਐਸੀ ਗੱਲ ਕਰ ਸਕਦਾ ਹੈ, ਵਰਨਾ ਤਾਂ ਸਮਝਣੀ ਔਖੀ ਹੈ। ਹੁਣ ਆਪਾਂ ਨੂੰ ਗੱਲ
ਜਦੋਂ ਇਸ ਤਰ੍ਹਾਂ ਦੀ ਕੋਈ ਆ ਜਾਂਦੀ ਹੈ, ਮੈਨੂੰ ਪਤਾ ਹੈ ਕਿ ਬਹੁਤ ਘੱਟ ਪੱਲੇ ਪੈਂਦੀ ਹੈ ਗੱਲ ਸਰੋਤਿਆਂ ਦੇ। ਇਤਿਹਾਸ ਦੀ ਗੱਲ ਜਦੋਂ ਆ ਜੇ ਉਦੋਂ ਫਿਰ ਕਾਰਨ ਕੀ ਹੈ, ਲੜੀ ਤਹਿਤ ਆਪਾਂ ਵਿਚਾਰਦੇ ਹਾਂ। ਕਿਉਂਕਿ ਜੇ ਬਾਰ-ਬਾਰ ਸੁਣਦੇ ਜਾਵਾਂਗੇ ਫਿਰ ਉਹ ਗੱਲ ਸਮਝ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਆਓ ਅੱਗੇ ਕਥਾ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋਏ ਖੁਸ਼ੀ ਕਾਪਲ ਭਏ, ਜਾਪਕ ਸਭ ਸਤਨਾਮ। ਇਹ ਕਾਪਲ ਤੋਂ ਇੱਥੇ ਭਾਵ ਜਿਹੜੇ ਹਨ ਪਤੰਜਲੀ ਵਾਲੇ, ਉਹ ਸਾਰੇ ਖੁਸ਼ ਹੋਏ। ਗੁਰੂ ਮਹਾਰਾਜ ਦਾ ਉਪਦੇਸ਼ ਲੈ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ। ਅਣਬਾਦੀ ਨਿਆਏ ਕੈ ਨਿਜ ਮਤ ਕਹਿਓ ਤਮਾਮ। ਫਿਰ ਨਿਆਇਕ ਮਤ ਵਾਲੇ ਗੁਰੂ ਮਹਾਰਾਜ ਦੇ ਕੋਲ ਹੋਏ, ਜਿਹੜੇ ਅਣਬਾਦੀ ਨੇ। ਅਣਬਾਦੀ ਕਹੀਏ ਅਣੂਆਂ ਤੋਂ ਸ੍ਰਿਸ਼ਟੀ ਨੂੰ ਪੈਦਾ ਹੋਇਆ ਮੰਨਣ ਵਾਲੇ, ਕਹਿੰਦੇ ਅਣੂ ਨੇ ਉਹ ਬਣ ਗਏ ਤੇ ਉਹਨਾਂ ਤੋਂ ਸ੍ਰਿਸ਼ਟੀ ਬਣ ਗਈ। ਨਿਆਇਕ ਮਤ ਇਹ ਕਹਿੰਦਾ, ਪਰ ਇਹ ਨਹੀਂ ਦੇਖਿਆ ਹੁਣ ਆਮ ਦੁਨੀਆ ਜੇ ਆਪਾਂ ਕੋਈ ਪੰਜ ਤੱਤ ਤੋਂ ਬਣੇ ਆ ਜੀ, ਪੰਜ ਤੱਤ ਵੀ ਤਾਂ ਕਿਸੇ ਨੇ ਬਣਾਏ ਆ। ਉਹ ਜਿਹੜੇ ਨਿਆਇਕ ਮਤ ਵਾਲੇ ਹਨ, ਨਿਜ ਮਤ ਕਹਿਓ ਤਮਾਮ, ਉਹਨਾਂ ਨੇ ਆਪਣੀ ਗੱਲ ਸਾਰੀ ਦੱਸੀ। ਪੰਜ ਭੂਤ ਅਣਰੂਪ ਨਿਤ, ਤਿਨੈ ਮਿਲਾਵੈ ਈਸ। ਕਹਿੰਦੇ ਈਸ਼ਵਰ ਆਪ ਇਸ ਤਰ੍ਹਾਂ ਸੰਸਾਰ ਦੀ ਸਿਰਜਣਾ ਕਰਦਾ। ਜਿਹੜੇ ਪੰਜ ਭੂਤ ਹਨ, ਪੰਜ ਤੱਤ ਨੇ, ਅਣਰੂਪ ਨਿਤ। ਇਹ ਤੱਤਾਂ ਦਾ ਸਭ ਤੋਂ ਛੋਟਾ ਹਿੱਸਾ ਜਿਹੜਾ ਹੁੰਦਾ ਉਹਨੂੰ ਗੁਰਮੁਖੋ ਅਣੂ ਕਹਿੰਦੇ ਆ। ਅਣੂ ਤੋਂ ਵੀ ਅੱਗੇ ਬਰੀਕ ਹਿੱਸਾ ਪਰਮਾਣੂ ਕਿਹਾ ਜਾਂਦਾ ਹੈ। ਇਹ ਪੰਜ ਤੱਤ ਅਣੂ ਰੂਪ ਹਨ। ਤਿਨੈ ਮਿਲਾਵੈ ਈਸ਼, ਇਹਨਾਂ ਨੂੰ ਈਸ਼ਵਰ ਨੇ ਮਿਲਾਇਆ। ਔਰ ਪਰਲੈ ਕੀਨ ਚਾਹੈ ਜਬੈ, ਸਭ ਕੋ ਕਰੈ ਪ੍ਰਥੀਸ। ਤੇ ਜਦੋਂ ਉਹ ਪਰਲੋਂ ਕਰਨੀ ਚਾਹੁੰਦਾ ਹੈ, ਜਦੋਂ ਸੰਸਾਰ ਨੂੰ ਸਿਰਜਣਾ ਚਾਹੁੰਦਾ ਹੈ, ਪੰਜਾਂ ਨੂੰ ਮਿਲਾ ਦਿੰਦਾ ਹੈ। ਤੇ ਜਦੋਂ ਪਰਲੋਂ ਕਰਨੀ ਚਾਹੁੰਦਾ ਹੈ, ਪਰਲੈ ਕੀਨ ਚਾਹੈ ਜਬੈ, ਸਭ ਕੋ ਕਰੈ ਪ੍ਰਥੀਸ। ਪ੍ਰਥੀਸ ਕਹਿੰਦੇ ਨੇ ਵੱਖੋ ਵੱਖਰਾ ਕਰ ਦੇਣਾ, ਉਹ ਸਾਰਿਆਂ ਨੂੰ ਵੱਖ-ਵੱਖ ਕਰ ਦਿੰਦਾ ਹੈ। ਚੌਪਈ ਦਰਬ ਗੁਣ ਕ੍ਰਮ ਸਮਾਨ ਬਸੇਖ। ਦਰਬ ਨਾਮ ਹੁੰਦਾ ਜਿਹੜੀ ਦਰਵੈ ਚੀਜ਼, ਧਰਤੀ, ਪਾਣੀ, ਅੰਨ, ਹਵਾ, ਅੰਨ, ਅੱਗ ਕਹੀਏ। ਹਾਂ, ਦਰਬ ਆ ਗਿਆ ਇਹਦੇ ਵਿੱਚ। ਜਿਹੜੇ ਪੰਜ ਹੋ ਗਏ ਤੱਤ ਮੁੱਖ, ਧਰਤੀ, ਪਾਣੀ, ਅੱਗ, ਹਵਾ ਤੇ ਆਕਾਸ਼। ਫਿਰ ਆ ਗਿਆ ਸਮਾਂ, ਫਿਰ ਆ ਗਈ ਦਿਸ਼ਾ, ਉਸ ਉਪਰੰਤ ਆ ਗਿਆ ਆਤਮਾ, ਉਸ ਉਪਰੰਤ ਆ ਗਿਆ ਮਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਈਏ ਤੇ ਗ੍ਰੰਥਾਂ ਵਿੱਚ ਦਰਵ ਸ਼ਬਦ ਲਿਖਿਆ ਹੋਇਆ। ਫਿਰ ਕਹਿੰਦੇ ਨੇ ਗੁਣ। ਗੁਣ ਤੋਂ ਭਾਵ ਗੁਣ ਹੋ ਗਏ ਜਿਹੜੇ, ਇਹਨਾਂ ਦੇ ਅੱਗੇ ਆ ਗਏ ਰੂਪ, ਰਸ, ਗੰਧ, ਸਪਰਸ਼, ਸੰਖਿਆ, ਪ੍ਰਮਾਣ, ਸੰਜੋਗ, ਵਿਭਾਗ ਇਤਿਆਦਿਕ ਕਿਤਨੇ ਇਹ ਗੁਣ ਹੁੰਦੇ ਆ। ਸ਼ਬਦ, ਬੁੱਧ, ਸੁਖ, ਦੁੱਖ, ਇੱਛਾ, ਦਵੈਸ਼, ਧਰਮ, ਅਧਰਮ, ਸੰਸਾਰਕ, ਇਹ ਸਾਰੇ ਆ ਗਏ। ਫਿਰ ਅੱਗੇ ਆ ਗਿਆ ਗੁਰਮੁਖੋ ਕਰਮ। ਇਹ ਕਰਮ ਲਾ ਲਓ ਜਿਹੜੇ ਹਨ। ਫਿਰ ਸਮਾਨ ਆ ਗਿਆ, ਸਮਾਨੈ, ਜਿੰਨੇ ਵੀ ਪਰ ਤੇ ਪਰ ਜਾਤੀ ਵਿਸ਼ੇਸ਼ ਆ ਗਿਆ, ਜੋ ਵਿਸ਼ੇਖ ਵਿਸ਼ੇਸ਼ ਕਰਕੇ। ਇਹ ਜਿਤਨੇ ਵੀ ਭਾਵ ਉਨੇ ਹੀ ਕਹਿਣ ਲੱਗੇ ਕਿ ਵੱਖ ਵੱਖ ਰੱਖਣ ਵਾਲੇ ਜਿੰਨੇ ਆ, ਬਖਰੇਵਾਂ ਰੱਖਣ ਵਾਲੇ ਜਿਤਨੇ ਵੀ ਇਹ ਵਿਸ਼ੇਸ਼ ਪਦਾਰਥ ਨੇ। ਪੁਨ ਸਮਵਾਏ ਅਭਾਵ ਸੋ ਲੇਖ। ਸਮਵਾਏ, ਸਮਵਾਏ ਸੰਵਾਦ ਕਹਿੰਦੇ ਆ ਕਿਸੇ ਕੋਈ ਉਤਪਾਦ ਪੈਦਾ ਕਰਨ ਦਾ ਕਾਰਨ, ਤੇ ਕਾਰਨ ਤੋਂ ਬਾਅਦ ਫਿਰ ਉਹਦਾ ਕਾਰਜ ਦਾ ਆਪਸ ਵਿੱਚ, ਕਾਰਨ ਔਰ ਕਾਰਜ ਦਾ ਪਰਸਪਰ ਸੰਬੰਧ ਕੀ ਹੈ, ਉਹਨੂੰ ਕਹਿੰਦੇ ਪੁਨ ਸੰਭਾਏ। ਸੰਭਾ ਨਾਮ ਇਸ ਗੱਲ ਦਾ ਹੈ। ਅਭਾਵ ਸੋ ਲੇਖ, ਭਾਵ ਕਹੀਏ ਜਾਂ ਵੀ ਆਪਾਂ ਗੱਲ ਕਰਦੇ ਹਾਂ ਕਿ ਉਹਦਾ ਭਾਵ ਕਰ ਦਿੱਤਾ। ਭਾਵ ਕਹੀਏ ਕਿ ਕਿਸੇ ਚੀਜ਼ ਦਾ ਹੋਂਦ ਖਤਮ ਕਰਤੀ, ਹੋਂਦ ਦਾ ਨਾ ਹੋਣਾ। ਭਾਵ ਸੋ ਲੇਖ, ਲੇਖ ਨਾਮ ਹੈ ਲਖਣ ਦਾ, ਜਾਣਨ ਦਾ।
ਇਹਨੂੰ ਕਹਿੰਦੇ ਇਸ ਤਰ੍ਹਾਂ ਭਾਈ, ਸੰਭਾਵ ਔਰ ਅਭਾਵ ਜਾਣ ਲਵੋ। ਜਿਤਨੇ ਫਿਰ ਪੁੰਨ ਤੋਂ ਭਾਵ ਫਿਰ, ਜੋ ਸੰਭਾਏ ਤੇ ਅਭਾਵ ਸੰਭਾਵ ਅਭਾਵ ਜਾਣੋ। ਸਪਤ ਪਦਾਰਥ ਸੋਧਨ ਜੋਈ। ਇਹਨਾਂ ਸੱਤੇ ਸਪਤ ਪਦਾਰਥਾਂ ਨੂੰ ਜੋ ਵਿਚਾਰ ਨਾ ਕਰੇ, ਮੁਕਤੀ ਅਹ ਨੀਕ ਮਮ ਸੋਈ। ਤੇ ਇਹ ਨਿਆਇਕ ਮਤ ਵਾਲੇ ਕਹਿੰਦੇ ਮਹਾਰਾਜ ਇਹਦੇ ਨਾਲ ਹੀ ਮੁਕਤੀ ਅਹੇ ਨੀਕ ਮਮ ਸੋਈ। ਜਾਣੋ ਕਿ ਚੰਗੀ ਤਰ੍ਹਾਂ ਜਿਹੜੀ ਹੈ ਕੇਵਲ ਮੁਕਤੀ ਜਾਂ ਹੋਰ ਵੱਖ-ਵੱਖ 4 ਤਰ੍ਹਾਂ ਦੀਆਂ ਮੁੱਖ ਰੂਪ ਦੇ ਵਿੱਚ ਮੁਕਤੀਆਂ ਮੰਨੀਆਂ, ਉਹ ਮਿਲਦੀਆਂ ਹਨ। ਗੁਰ ਕਹਿ ਤਬ ਮਤ ਅੰਧ ਅਗਾਰੇ। ਗੁਰੂ ਮਹਾਰਾਜ ਕਹਿਣ ਲੱਗੇ ਨਿਆਇਕ ਮਤ ਵਾਲਿਆਂ ਨੂੰ ਕਿ ਜਿਹੜਾ ਤੁਹਾਡਾ ਮਤ ਹੈ ਇਹ ਅੰਧ ਅਗਾਰੇ, ਅਗਿਆਨਤਾ ਦਾ ਅਗਾਰੇ, ਅਗ ਆਰੇ ਅਗਾਰ ਘਰ ਹੈ। ਵਸਤ ਨ ਪਈਏ ਬਿਨਾ ਉਜਾਰੇ। ਯਾਦ ਰੱਖੋ, ਉਜਾਰੇ ਤੋਂ ਬਿਨਾ, ਪ੍ਰਕਾਸ਼ ਤੋਂ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ। ਕਹੇ ਉਹ ਪਦਾਰਥ ਸੋਧਨ ਜੋਈ। ਤੇ ਜਿਹੜਾ ਤੁਸੀਂ ਕਹਿੰਦੇ ਪਦਾਰਥਾਂ ਨੂੰ ਸੋਧਣਾ ਹੈ, ਕਾਕ ਦੰਤ ਹੈ ਗਨ ਨੋ ਸੋਈ। ਉਹ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ ਜਿਵੇਂ ਕੋਈ ਕਾਂ ਦੇ ਦੰਦਾਂ ਨੂੰ ਗਿਣਨ ਦੀ ਗੱਲ ਕਰੇ। ਕਾਂ ਦੇ ਦੰਦ ਕੌਣ ਗਿਣੇ, ਕਿਵੇਂ ਗਿਣੇ ਜਾਣਗੇ। ਜਗ ਰਚਨਾ ਕਾ ਅੰਤ ਨ ਹੈ। ਇਹ ਜਗਤ ਦੀ ਰਚਨਾ ਦਾ ਮਹਾਰਾਜ ਕਹਿੰਦੇ ਭਾਈ ਅੰਤ ਨਹੀਂ ਹੈ ਕੋਈ। ਬ੍ਰਹਮਾਦਿਕ ਬੇਅੰਤ ਕਹੈ ਹੈ। ਜਿਹੜੇ ਬ੍ਰਹਮਾ ਇਤਿਆਦਿਕ ਮੁੱਖ ਦੇਵਤੇ ਨੇ ਸਭ ਇਸ ਨੂੰ ਬੇਅੰਤ ਕਹਿੰਦੇ ਨੇ। ਪਰਮਾਤਮਾ ਨੇ ਜਿਹੜੀ ਰਚਨਾ ਵੀ ਰਚੀ ਇਹਦਾ ਵੀ ਕੋਈ ਅੰਤ ਨਹੀਂ, ਬੇਅੰਤ ਹੈ। ਬ੍ਰਹਮ ਭਿੰਨ ਜਗ ਸਭ ਹੈ ਅਨਿਤ। ਇਹ ਜਾਣੋ ਕਿ ਜਿਹੜਾ ਇਹ ਹੈ ਜਗਤ ਬ੍ਰਹਮ ਦਾ ਹੀ, ਬ੍ਰਹਮ ਤੋਂ ਭਿੰਨ ਕੁਛ ਨਹੀਂ ਹੈ, ਹੈ ਸਭ ਬ੍ਰਹਮੀ। ਬ੍ਰਹਮ ਭਿੰਨ ਜਗ ਸਭ ਹੈ ਅਨਿਤ। ਨਿਤ ਕਹੀਏ ਹੋਂਦ ਹੋਣਾ ਹੈ ਤੇ ਅਨਿਤ ਕਹੀਏ ਨਾ ਹੋਣ। ਬ੍ਰਹਮ ਤੋਂ ਬਿਨਾਂ ਤੇ ਜਗਤ ਸਭ ਜਿਹੜਾ ਹੈ ਇਹ ਜਾਣੋ ਕਿ ਝੂਠ ਹੈ। ਜਿਵੇਂ ਮਹਾਰਾਜ ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਹੈ ਬ੍ਰਹਮ ਹੀ ਸੱਤ ਹੈ, ਬ੍ਰਹਮ ਬਿਨਾ ਬਾਕੀ ਸਭ ਕੁਝ ਅਨਿਤ ਹੈ। ਤੂੰ ਪਰਮਾਣ ਮਾਨਤ ਨਿਤ। ਇਸ ਕਰਕੇ ਤੂੰ ਪ੍ਰਮਾਣ ਮਾਨਤ ਨਿਤ। ਉਹ ਜਿਹੜਾ ਪਰਮਾਤਮਾ ਹੈ ਪ੍ਰਮਾਣਿਕ ਹੈ, ਜੋ ਨਿਤ ਹੈ, ਹਰ ਸਮੇਂ ਅਵਿਨਾਸ਼ੀ ਸਰੂਪ ਮੰਨਿਆ ਜਾਂਦਾ ਹੈ। ਵੇਦ ਵਿਰੁੱਧ ਮਤ ਤੋਰ ਅਨੁਤਮ। ਇਸ ਕਰਕੇ ਵੇਦ ਵਿਰੁੱਧ, ਇਹ ਗੱਲ ਨੂੰ ਧਰਮ ਗ੍ਰੰਥ ਵੀ ਮੰਨਦੇ ਆ। ਜਿਹੜਾ ਤੁਹਾਡਾ ਮਤ ਹੈ ਨਾ ਇਹ ਵੇਦ ਵਿਚਾਰ ਦੇ ਵੀ ਵਿਰੁੱਧ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅਨੁਤਮ, ਇਹ ਬੁਰਾ ਹੈ। ਦੋਖ ਖਾਣ ਜਨ ਗਹਿ ਨ ਉੱਤਮ। ਇਹ ਵੀ ਜਾਣੋ ਕਿ ਦੋਖ ਖਾਣ ਜਨ ਗਹਿ ਨ ਉੱਤਮ। ਜਿਵੇਂ ਕੋਈ ਦੋਸ਼ ਖਾਣ ਲੈਣਾ, ਖਾ ਲੈਣਾ ਕਿਸੇ ਗੱਲ ਨੂੰ, ਜਨ ਗਹਿ ਨ ਉੱਤਮ। ਉੱਤਮ ਨਹੀਂ, ਉੱਤਮ ਪਦਾਰਥ ਨਹੀਂ ਜਿਹੜਾ ਹੈ ਕੋਈ ਗ੍ਰਹਿਣ ਕਰਦੇ। ਦੋਸ਼ ਇਹ ਤੁਹਾਡੇ ਜੋ ਪਦਾਰਥਾਂ ਨੂੰ ਛਕਦੇ ਹੋ, ਫਿਰ ਛਕਣ ਦੇ ਵਿੱਚ ਵੀ ਦੋਸ਼ ਹੈ। ਜੋ ਗੋਤਮ ਵਿਦਿਆ ਮਨ ਲਾਵੈ। ਇਹ ਨਿਆਏ ਸ਼ਾਸਤਰ ਦਾ ਮਤ ਹੈ। ਗੋਤਮ ਵਿਦਿਆ ਮਨ ਲਾਵੈ, ਜਿਹੜਾ ਨਿਆਏ ਸ਼ਾਸਤਰ ਵੱਲ ਮਨ ਲਾਉਂਦਾ ਹੈ, ਮਤ ਵੱਲ। ਤਨ ਤਜ ਕਾਕ ਸਿਆਲ ਤਨ ਪਾਵੈ। ਉਹ ਫਿਰ ਕਾਂ ਵਾਲੀ ਗੱਲ ਹੈ ਕਿ ਕਾਂ ਜਿਵੇਂ ਦੋਖ ਖਾਣ ਜਨ ਗਹਿ ਨ ਉੱਤਮ, ਚੰਗੀ ਵਸਤੂ ਨਹੀਂ ਖਾਂਦਾ, ਗੰਦਗੀ ਭਰ ਜਾਂਦਾ ਹੈ। ਇਸ ਤਰ੍ਹਾਂ ਭਾਈ ਤਨ ਤਜ ਕਾਕ ਸਿਆਲ ਤਨ ਪਾਵੈ। ਫਿਰ ਜਿਹੜੇ ਤੁਹਾਡੇ ਤੁਸੀਂ ਜਿਹੜੇ ਨਿਆਇ ਸ਼ਾਸਤਰ ਮਤ ਵਾਲੇ ਹੋ, ਜਿਹੜੇ ਤੁਸੀਂ ਇਸ ਗੱਲ ਨੂੰ ਨਹੀਂ ਮੰਨਦੇ, ਗੁਰੂ ਸਾਹਿਬ ਕਹਿੰਦੇ ਮਰਨ ਤੋਂ ਬਾਅਦ, ਸਰੀਰ ਛੱਡਣ ਤੋਂ ਬਾਅਦ ਕਾਂ ਤੇ ਗਿੱਦੜਾਂ ਦੀ ਜੂਨੀ ਪੈਂਦੇ ਹਨ। ਤਾਂ ਤੇ ਸਤਿਨਾਮ ਹਰਿ ਭਗਤੀ। ਇਸ ਕਰਕੇ ਪਰਮੇਸ਼ਰ ਦਾ ਜੋ ਸਤ ਸਰੂਪ ਵਾਹਿਗੁਰੂ ਹੈ ਉਸ ਦਾ ਨਾਮ ਜਪਣਾ ਤੇ ਉਹਦੀ ਭਗਤੀ ਕਰਨੀ। ਧਰੋ ਤਰੋ ਨਿਰਜਤਨ ਹੈ ਜਗਤੀ। ਇਸ ਨੂੰ ਹੀ ਧਾਰਨ ਕਰੋ। ਜਤਨ ਹੈ ਜਗਤੀ, ਜਗਤ ਉਤੇ ਇਹ ਯਤਨ ਕਰਨਾ, ਜਗਤ ਤੋਂ ਤਰਨ ਦਾ ਇਹ ਯਤਨ ਹੈ।
ਬਾਣੀ ਸੁਖ ਖਾਨੀ ਸੁਖ ਸਾਚੀ। ਇਹ ਬਾਣੀ ਸੁਖ ਖਾਨੀ ਸੁਖ ਸਾਚੀ। ਗੁਰੂ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਬਾਣੀ ਜਿਹੜੀ ਹੈ ਉਹ ਸੱਚੀ ਹੈ, ਸੁੱਖਾਂ ਦੀ ਖਾਣ ਹੈ। ਉਹਨੂੰ ਸੁਣ ਕਰ ਹਰੀ ਭਜਨ ਮੈਂ ਤੇਹ ਮਤ ਰਾਚੀ। ਜਿਹੜੇ ਭਾਈ ਸੁਣ ਲੈਂਦੇ ਨੇ ਉਹਨਾਂ ਦੀ ਮਤ ਵਾਹਿਗੁਰੂ ਭਜਨ ਦੇ ਵਿੱਚ ਰਚ ਜਾਂਦੀ ਹੈ। ਮੀਮਾਂਸਿਕ ਜਨ ਕਰਮ ਪਰਿਆਇਨ। ਫਿਰ ਜਿਹੜਾ ਮੀਮਾਂਸਕ ਮਤ ਹੈ, ਇੱਕ ਮੀਮਾਂਸਕ, ਇਹ ਵੱਖ-ਵੱਖ ਵੇਦ ਸ਼ਾਸਤਰ ਨੇ, ਮਤ ਨੇ ਅਸਲ ਵਿੱਚ। ਇਹ ਜਨ ਕਰਮ ਪਰਾਇਨ, ਉਹ ਕਰਮ ਦੇ ਆਸਰੇ ਆਏ ਮਤੋ ਨਿਜ ਜਉ ਕੀਏ ਗਾਇਨ। ਉਹ ਮੀਮਾਂਸਾ ਮਤ ਵਾਲੇ ਆਏ ਸਤਿਗੁਰੂ ਪਾਤਸ਼ਾਹ ਕੋਲੇ, ਉਹਨਾਂ ਨੇ ਭਾਈ ਗਾਇਨ ਇਸ ਤਰ੍ਹਾਂ ਕਹਿਣਾ ਕੀਤਾ। ਜਗ ਉਪਜਨ ਥਿਤ ਲੈ ਸੰਘਾਤਾ। ਇਹ ਜਿਹੜਾ ਜਗਤ ਹੈ ਪੈਦਾ ਹੋਣਾ, ਥਿਤ ਕਹੀਏ ਕੁਝ ਸਮਾਂ ਕਾਇਮ ਰਹਿਣਾ, ਲੈ ਨਾਮ ਹੈ ਨਾਸ਼ ਹੋਣਾ। ਸਾਰੇ ਜਗਤ ਨੂੰ ਸੰਘਾਰ ਕਰਤਾ। ਜਸ ਅਪਜਸ ਸੁਖ ਦੁੱਖ ਕਾ ਦਾਤਾ। ਜਸ ਤੇ ਅਪਜਸ, ਸੋਭਾ ਤੇ ਜਿਹੜੀ ਹੈ ਇਹ ਕਹਿ ਲੋ ਕਿਸੇ ਦੀ ਵਡਿਆਈ ਹੋ ਗਈ, ਕਿਤੇ ਨਿੰਦਿਆ ਹੋ ਗਈ। ਜਸ ਤੇ ਅਪਜਸ ਸੁਖ ਦੁੱਖ ਦਾ ਦਾਤਾ। ਕਰਮ ਅਹੇ ਹਮ ਨਿਸ਼ਚੇ ਲਹੀ। ਇਹ ਕਹਿ ਲੋ ਕਿ ਸਭ ਕੁਝ ਕਰਮ ਹੈ। ਜਿਨ੍ਹਾਂ ਜਿਹੜਾ ਕਹਿੰਦੇ ਮੀਮਾਂਸਕ ਜਨ ਕਰਮ ਪਰਾਇਣ, ਉਹ ਕਹਿੰਦੇ ਕਰਮ ਹੀ ਮੁੱਖ ਹੈ। ਮੀਮਾਂਸਾ ਮਤ ਵਾਲੇ ਕਹਿੰਦੇ ਆ ਇਹ ਗੱਲ ਨੂੰ ਸਮਝਣਾ ਕਿ ਆਪਾਂ ਜਿਵੇਂ ਕਰਮ ਪ੍ਰਧਾਨ ਮੰਨਦੇ ਨੇ ਮੀਮਾਂਸਾ ਮਤ ਵਾਲੇ, ਜਿਵੇਂ ਕਿ ਬੁੱਧ ਧਰਮ ਉਹ ਗਿਆਨ ਨੂੰ ਮੁੱਖ ਮੰਨਦਾ। ਆਏ ਮਤੋਂ ਨਿਜ ਯੋਂ ਕਹਿ ਗਿਆ ਗਾਇਨ, ਉਹਨਾਂ ਨੇ ਆਪਣੀ ਗੱਲ ਕਹੀ। ਜਗ ਉਪਜਨ ਥਿਤ ਲੈ ਸੰਘਾਤਾ, ਪੈਦਾ ਹੋਣਾ, ਕੁਝ ਸਮਾਂ ਸਥਿਤ ਰਹਿਣਾ, ਨਾਸ਼ ਹੋਣਾ। ਸਾਰਾ ਜਗਤ ਜਸ ਔਰ ਅਪਜਸ ਸੁੱਖ ਦੁੱਖ ਦਾ ਦਾਤਾ ਕਰਮ ਹੀ ਹੈ। ਕਹਿੰਦੇ ਜਿਹੋ ਜੇ ਬੰਦਾ ਕਰਮ ਕਰਦਾ ਉਹਦੇ ਮੁਤਾਬਕ ਉਹਨੂੰ ਸੁੱਖ ਦੁੱਖ ਜਸ ਅਪਜਸ ਮਿਲਦਾ ਹੈ। ਕਰਮ ਅਹੇ ਹਮ ਨਿਸ਼ਚੇ ਲਹੀ। ਇਸ ਕਰਕੇ ਅਸੀਂ ਤਾਂ ਕਰਮ ਨੂੰ ਹੀ ਨਿਸ਼ਚਾ ਕਰਕੇ ਜਾਣਦੇ ਹਾਂ। ਈਸ ਕਰਮ ਹੀ ਹੈ ਸੁਰਤ ਕਹਿਹੀ। ਤੇ ਇਹੀ ਜਿਹੜਾ ਹੈ ਈਸ਼ਵਰ ਕਰਮ, ਇਹੀ ਸੁਰਤੀ ਕਹਿੰਦੀ ਹੈ ਵੀ ਚੰਗੇ ਕਰਮ ਕਰਨੀ। ਸੁਰਤੀਆਂ ਜੋ ਕਹਿੰਦੀਆਂ ਉੱਤਮ ਮੱਧਮ ਅਦਮ ਸੋ ਦੇਹਾ। ਇਹ ਤਿੰਨ ਤਰ੍ਹਾਂ ਦੀਆਂ ਦੇਹਾਂ ਬਣਦੀਆਂ। ਇੱਕ ਉੱਤਮ, ਇੱਕ ਮੱਧਮ ਕਹੀਏ ਦਰਮਿਆਨੀ, ਇੱਕ ਅਧਮ ਕਹੀਏ ਨੀਚ ਦੇਹੀ। ਕਰਮ ਤੇ ਮਿਲ ਹੈ ਸਭ ਮਤ ਏਹਾ। ਸਾਰੇ ਮਤ ਤੇ ਕਹਿੰਦੇ ਨੇ, ਮਹਾਰਾਜ ਨੂੰ ਸਵਾਲ ਕਰਦੇ ਐ ਮੀਮਾਂਸਾ ਵਾਲੇ, ਕਹਿੰਦੇ ਕਰਮ ਦੇ ਨਾਲ ਹੀ ਇਹ ਸਾਰੀਆਂ ਮਿਲਦੀਆਂ। ਜਿਹੋ ਜਿਹੇ ਬੰਦੇ ਨੇ ਕਰਮ ਕੀਤੇ ਉਹਨੂੰ ਉੱਤਮ ਦੇਹੀ ਮਿਲ ਗਈ, ਜੇ ਘੱਟ ਹੋਏ ਜੇ ਕਰਮ ਕੀਤੇ ਦਰਮਿਆਨਿਆਂ ਜਿਹਾ ਮਿਲ ਗਿਆ, ਜਿਹੋ ਜਿਹੇ ਮਾੜੇ ਕਰਮ ਕੀਤੇ ਨੀਚ ਦੇਹੀ ਮਿਲ ਗਈ। ਇਸ ਕਰਕੇ ਸਾਰੇ ਮਤ ਇਹ ਕਹਿੰਦੇ ਨੇ ਕਰਮ ਤੇ ਮਿਲ ਹੈ ਸਭ ਮਤ ਏਹਾ। ਸਾਰੇ ਮਤਾਂ ਦਾ ਇਹ ਖਿਆਲ ਹੈ ਕਰਮ ਤੈ ਸਿੱਧ ਜਨ ਕਾਦਿਕ ਪਾਈ। ਤੇ ਜਨਕ ਇਤਿਆਦਿਕ ਜਿੰਨੇ ਨੇ ਦੇਖੋ ਕਰਮ ਤੋਂ ਹੀ ਮੁਕਤੀ ਦੀ ਪ੍ਰਾਪਤੀ ਜਾਂ ਸਿੱਧ ਕਹੀਏ ਸ਼ਕਤੀ ਦੀ ਪ੍ਰਾਪਤੀ ਕੀਤੀ। ਗੀਤਾ ਮੈਂ ਜੈ ਕ੍ਰਿਸ਼ਨ ਬਤਾਈ। ਕਹਿੰਦੇ ਮਹਾਰਾਜ ਗੀਤਾ ਦੇ ਵਿੱਚ ਵੀ ਕ੍ਰਿਸ਼ਨ ਭਗਵਾਨ ਨੇ ਐਸਾ ਦੱਸਿਆ। ਨਰਕ ਸਵਰਗ ਦੁੱਖ ਸੁਖ ਹੈ ਜੇਤੋ। ਜੋ ਨਰਕ ਸਵਰਗ ਦੁੱਖ ਤੇ ਸੁਖ ਹੈ ਜਿੰਨੇ ਵੀ ਭਈਅਤ ਕਰਮਨ ਤੇ ਹੈ ਤੇਤੋ, ਉਹ ਸਾਰੇ ਕਰਮਾਂ ਕਰਕੇ ਹੀ ਮਿਲਦੇ ਹਨ। ਬ੍ਰਹਮ ਲੋਕ ਮੈਂ ਜਾਵਨ ਜੋਈ। ਤੇ ਜਿਹੜੇ ਬ੍ਰਹਮ ਲੋਕ ਵਿੱਚ ਚਲੇ ਜਾਂਦੇ ਨੇ ਕਰਮ ਤੈ ਮਮ ਮਤ ਮੁਕਤੀ ਸੋਈ, ਉਹ ਵੀ ਕਰਮ ਨਾਲ ਹੀ ਜਾਂਦੇ ਆ। ਸਾਡੇ ਮਤ ਵਿੱਚ ਤਾਂ ਇਸੇ ਨੂੰ ਹੀ ਮੁਕਤੀ ਮੰਨਿਆ ਹੈ। ਦੋਹਰਾ ਜਗ ਕਰਤਾ ਈਸ਼ਰ ਅਹੇ ਚਿਦਾਨੰਦ ਸਰਬੱਗ। ਜਗਤ ਦਾ ਜੋ ਕਰਤਾ ਈਸ਼ਵਰ ਹੈ ਚਿਦਾਨੰਦ ਸਰਬੱਗ। ਚਿਦਾਨੰਦ ਦੋ ਇਹ ਸ਼ਬਦ ਤਿੰਨ ਸ਼ਬਦਾਂ ਦਾ ਅਸਲ ਵਿੱਚ ਜੋੜ ਹੋ ਗਿਆ। ਚਿਦਾਨੰਦ ਸਤ ਚਿਤ ਆਨੰਦ। ਇੱਥੇ ਇਹਨਾਂ ਨੇ ਚੇਤਨ ਸਤ ਚੇਤਨ ਔਰ ਆਨੰਦ ਸਰੂਪ ਸਰਬੱਗ ਕਹੀਏ ਸਾਰਿਆਂ ਦਾ ਜਾਣਨ ਵਾਲਾ ਜੋ ਜਗਤ ਕਰਤਾ ਈਸ਼ਵਰ
ਕਹਿਓ ਗੁਰੂ ਸਭ ਸੁਰਤ ਕਹਿ, ਓ ਪੁਨ ਮਾਨਤ ਜਗ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਸਾਰੀਆਂ ਸੁਰਤੀਆਂ ਧਰਮ ਗ੍ਰੰਥ ਕਹਿੰਦੇ ਸਾਰਾ ਜਗਤ ਵੀ ਇਹ ਗੱਲ ਮੰਨਦਾ ਕਿ ਸਾਰੇ ਜਗਤ ਦਾ ਕਰਤਾ ਜੋ ਹੈ ਈਸ਼ਵਰ ਹੈ, ਜੋ ਕਿ ਚਿਦਾਨੰਦ ਸਰਬੱਗ ਸੱਚਿਤ ਆਨੰਦ ਸਰੂਪ ਹੈ ਔਰ ਸਾਰਿਆਂ ਦਾ ਜਾਣੂ ਹੈ। ਕਹਿਓ ਗੁਰੂ ਸਭ ਸੁਰਤ ਕਹਿ। ਗੁਰੂ ਮਹਾਰਾਜ ਜੀ ਕਹਿੰਦੇ ਸਾਰੇ ਧਰਮ ਗ੍ਰੰਥ ਇਹ ਗੱਲ ਕਹਿੰਦੇ ਸੁਰਤੀਆਂ ਓ ਪੁਨ ਮਾਨਤ ਜਗ। ਤੇ ਬਾਕੀ ਭਾਈ ਫਿਰ ਜਗ ਵੀ ਇਸੇ ਗੱਲ ਨੂੰ ਮੰਨਦਾ ਹੈ। ਚੌਪਈ ਪਹਿਲੇ ਜਗਤ ਜੀਵ ਜੋ ਬਨ ਹੋ। ਪਹਿਲਾਂ ਦੇਖੋ ਇਹ ਜਗਤ ਜੀਵ ਜਿਹੜੇ ਐ ਉਹ ਬਣਦੇ ਨੇ, ਕਰਮ ਤਾਂ ਨਹੀਂ ਪਹਿਲਾਂ ਬਣਦਾ। ਪਹਿਲਾਂ ਤਾਂ ਪ੍ਰਮਾਤਮਾ ਨੇ ਜਗਤ ਦੇ ਜੀਵ ਸਾਜੇ, ਜੀਵ ਬਣਦੇ। ਪਾਛੇ ਕਰਮਨ ਕੋ ਵਹਿ ਜਨ ਹੈ। ਪਿੱਛੋਂ ਫਿਰ ਉਹ ਕਰਮਾਂ ਨੂੰ ਪੈਦਾ ਕਰਦਾ ਹੈ, ਕਰਮ ਜਾਣੇ ਜਾਂਦੇ ਨੇ। ਜੀਵ ਅਧੀਨ ਕਰਮ ਜੜ ਜੋ ਹੈ। ਇਸ ਕਰਕੇ ਜਿਹੜੇ ਇਹ ਕਰਮ ਨੇ ਨਾ, ਇਹ ਜੀਵ ਦੇ ਅਧੀਨ ਨੇ, ਜੜ ਰੂਪ ਨੇ। ਜੀਵ ਹੋਊ ਤਾਂ ਕੋਈ ਕਰਮ ਕਰੂ, ਜੇ ਜੀਵ ਹੀ ਜੀਵ ਦਾ ਹੀ ਭਾਵ ਹੋ ਗਿਆ ਤੇ ਕਰਮ ਕੌਣ ਕਰੂਗਾ ਦੱਸੋ। ਇਸ ਕਰਕੇ ਕਰਮ ਨੂੰ ਜੜ ਕਹਿਤਾ ਮਹਾਰਾਜ। ਤਾਹੇ ਈਸ ਮਾਨਤ ਨਹਿ ਕੋ ਹੈ। ਇਸ ਕਰਕੇ ਭਾਈ ਇਹਨਾਂ ਕਰਮਾਂ ਨੂੰ ਕੋਈ ਈਸ਼ਵਰ ਨਹੀਂ ਮੰਨਦਾ ਹੈ। ਕਰਮ ਈਸ਼ਵਰ ਨਹੀਂ ਹਨ, ਈਸ਼ਵਰ ਜਗਤ ਨੂੰ ਪੈਦਾ ਕਰਨ ਵਾਲਾ ਹੈ। ਕਰੋ ਉਪਾਸਨ ਈਸ਼ਵਰ ਤਾਂ ਤੈ। ਤੁਸੀਂ ਭਾਈ ਕਰਮਾਂ ਤੋਂ ਉੱਪਰ ਉੱਠ ਕਰਕੇ ਮਹਾਰਾਜ ਕਹਿੰਦੇ ਮੀਮਾਂਸਾ ਵਾਲਿਆਂ ਨੂੰ ਤੁਸੀਂ ਈਸ਼ਵਰ ਦੀ ਉਪਾਸਨਾ ਕਰੋ, ਜਿਸ ਕਰਕੇ ਤਾਂ ਤੈ ਮੁਕਤ ਭੁਗਤ ਪੈ ਹੋ ਦ੍ਰਿੜ ਜਾਂਤੈ। ਜਿਹਦੇ ਨਾਲ ਤੁਹਾਨੂੰ ਮੁਕਤੀ ਤੇ ਭੁਗਤੀ ਦ੍ਰਿੜ ਪੱਕੀ ਤਰ੍ਹਾਂ ਪ੍ਰਾਪਤੀ ਹੋ ਸਕਦੀ ਹੈ। ਬੈਨ ਐਨ ਗੁਰ ਕੇ ਉਨ ਮਾਨੇ। ਇਸ ਤਰ੍ਹਾਂ ਦੇ ਬਚਨ ਚੰਗੀ ਤਰ੍ਹਾਂ ਭਾਈ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਿਆ। ਆਏ ਚੰਦਰ ਕੀਮ ਕੀਏ ਗਾਨੇ। ਤਾਂ ਫਿਰ ਇਸ ਤਰ੍ਹਾਂ ਚੰਦਰ ਕੀ, ਇੱਕ ਉਹ ਲੋਕ ਜਿਹੜੇ ਚੰਦਰਮਾ ਪਾਸ਼ਿਕ ਨੇ ਉਹਨਾਂ ਨੂੰ ਚੰਦਰ ਕੀ ਕਿਹਾ। ਉਹ ਮਹਾਰਾਜ ਦੇ ਕੋਲੇ ਆ ਕੇ ਕਹਿਣ ਲੱਗੇ, ਦੇਵ ਪਾਲ ਉੜਪਤ ਪ੍ਰਕਾਸ਼ਕ। ਦੇਵਪਾਲ ਉੜਪਤ ਪ੍ਰਕਾਸ਼ਕ। ਉੜਪਤ ਨਾਮ ਹੈ, ਉੜ ਨਾਮ ਹੈ ਤਾਰਿਆਂ ਦਾ, ਕਿਉਂਕਿ ਆਕਾਸ਼ ਵਿੱਚ ਰਹਿੰਦੇ ਇਸ ਕਰਕੇ ਉਹਨਾਂ ਨੂੰ ਉੜ ਲਿਖਿਆ ਵੀ ਉੱਡੇ ਫਿਰਦੇ ਆ। ਦੇਵਪਾਲ ਉੜਪਤ ਪ੍ਰਕਾਸ਼ਕ, ਜੋ ਦੇਵਤਿਆਂ ਦੀ ਪਾਲਣਾ ਕਰਨ ਵਾਲਾ। ਉੜਪਤ ਤੇ ਉੜਪਤ ਕਹੀਏ ਤਾਰਿਆਂ ਦਾ ਪਤੀ, ਜੋ ਸਭ ਪ੍ਰਕਾਸ਼ਕ। ਬਰਸਤ ਸੁਧਾ ਸਰਬ ਜਗ ਮਾਲਕ। ਤੇ ਜੋ ਦੇਖੋ ਤਾਰਿਆਂ ਦਾ ਸੁਆਮੀ ਹੈ, ਦੇਵਤਿਆਂ ਦਾ ਪਾਲਣ ਵਾਲਾ। ਉਹਨਾਂ ਨੇ ਚੰਦਰਮਾ ਨੂੰ ਕਿਹਾ ਇਹ ਸਾਰੇ ਪ੍ਰਕਾਸ਼ ਕਰਦਾ ਹਨੇਰੇ 'ਚ। ਬਰਸਤ ਸੁਧਾ ਸਰਬ ਜਗ ਮਾਲਕ, ਤੇ ਉਹ ਅੰਮ੍ਰਿਤ ਦੀ ਵਰਖਾ ਕਰਦਾ ਹੈ। ਕਈ ਵਾਰ ਐਸਾ ਦੱਸਿਆ, ਆਪਾਂ ਨੂੰ ਨਹੀਂ ਪਤਾ, ਲੇਕਿਨ ਚੰਦਰਮਾ ਜਿਹੜਾ ਹੈ ਉਹਦੀਆਂ ਕਿਰਨਾਂ ਵਿੱਚ ਅੰਮ੍ਰਿਤ ਹੈ। ਜਿੰਨਾ ਫਲਾਂ ਦੇ ਵਿੱਚ ਰਸ ਹੈ ਉਹ ਚੰਦਰਮਾ ਦੀਆਂ ਕਿਰਨਾਂ ਨਾਲ ਪੈਦਾ ਹੁੰਦਾ। ਜਿੰਨੀ ਫਸਲ ਦੇ ਵਿੱਚ ਜਾਂ ਜੋ ਵੀ ਰਸ ਪੈਦਾ ਹੁੰਦਾ ਹੈ ਨਾ, ਉਹ ਚੰਦਰਮਾ ਦੀਆਂ ਕਿਰਨਾਂ ਵਿੱਚੋਂ ਹੈ। ਇਸ ਕਰਕੇ ਜਿਵੇਂ ਮਣੀ ਵਾਲੇ ਸੱਪਾਂ ਦੀ ਗੱਲ ਆਉਂਦੀ ਹੈ, ਇਹ ਸ਼ਾਇਦ ਤੁਸੀਂ ਕਈ ਵਾਰੀ ਗੱਲ ਸੁਣ ਵੀ ਚੁੱਕੇ ਹੋ ਕਿ ਮਣੀ ਵਾਲੇ ਸੱਪ ਵੀ ਦੋ ਤਰ੍ਹਾਂ ਦੇ ਆ। ਇੱਕ ਉਹ ਸਰਪ ਹੈ ਮਣੀ ਵਾਲਾ, ਜਿਹੜਾ ਮਣੀ ਤਾਂ ਹੈ ਉਹਦੇ ਕੋਲੇ, ਤੇ ਉਹ ਗੁਰਮੁਖੋ ਮਣੀ ਬਾਹਰ ਕੱਢਦਾ ਹਨੇਰੇ ਵਿੱਚ। ਮੱਸਿਆ ਦੀ ਰਾਤ ਨੂੰ ਮਣੀ ਬਾਹਰ ਕੱਢਦਾ, ਕਾਲੀ ਹਨੇਰੀ ਰਾਤ ਦੇ ਵਿੱਚ। ਫਿਰ ਉਹ ਮਣੀ ਦੇ ਪ੍ਰਕਾਸ਼ ਵਿੱਚ ਕੀੜੇ ਮਕੌੜੇ ਆਉਂਦੇ ਆ ਤੇ ਉਹਨਾਂ ਨੂੰ ਖਾਈ ਜਾਂਦਾ। ਇੱਕ ਮਣੀ ਵਾਲਾ ਸੱਪ ਉਹ ਹੈ ਜਿਹੜਾ ਪੁੰਨਿਆਂ ਦੀ ਰਾਤ ਨੂੰ ਮਣੀ ਕੱਢ ਕੇ ਬਾਹਰ ਰੱਖਦਾ। ਤੇ ਉਹ ਕਿਉਂ ਰੱਖਦਾ? ਕਿਉਂਕਿ ਜਿਹੜੀਆਂ ਚੰਦਰਮਾ ਦੀਆਂ ਕਿਰਨਾਂ ਜਦੋਂ ਉਸ ਮਣੀ ਤੇ ਪੈਂਦੀਆਂ ਤਾਂ ਉਸ ਮਣੀ ਦੇ ਉੱਤੇ ਇੱਕ ਅੰਮ੍ਰਿਤ ਵਰਗਾ ਰਸ ਪੈਦਾ ਹੋ ਜਾਂਦਾ, ਜਿਹਨੂੰ ਫਿਰ ਸੱਪ ਜੀਭ ਨਾਲ ਚੱਟਦਾ ਤੇ ਠੰਡਕ ਮਹਿਸੂਸ ਕਰਦਾ। ਇਹ ਗੱਲ ਕਿਉਂ ਆ ਗਈ ਵਿੱਚ? ਇਸ ਤਰ੍ਹਾਂ ਗੁਰਮੁਖੋ ਮਣੀ ਕੀ ਹੈ? ਗਿਆਨ ਹੈ। ਗਿਆਨਵਾਨ ਵੀ ਦੋ ਤਰ੍ਹਾਂ ਦੇ ਨੇ। ਇੱਕ ਤਾਂ ਉਹ ਗਿਆਨਵਾਨ ਹੈ ਜਿਹੜੇ ਕੀੜੇ ਕੱਢ ਨੇ,
ਹੁਣ ਜਿਵੇਂ ਬਹੁਤ ਵਿਦਵਾਨ ਤਾਂ ਪੈਦਾ ਹੋ ਗਏ, ਫਿਰ ਉਹ ਕੀੜੇ ਕੱਢੀ ਜਾਂਦੇ ਆ ਗੱਲ ਵਿੱਚੋਂ, ਉਹਨਾਂ ਨੂੰ ਕੀੜੇ ਕੱਢ ਮਹਿਕਮਾ ਕਿਹਾ ਜਾਂਦਾ। ਕੋਈ ਗੱਲ ਆ ਜੇ, ਕੋਈ ਅੱਗੇ ਆਪਾਂ ਕੀਤੀ ਸੀ ਨਾ ਗੱਲ, ਕੋਈ ਦੀਵਾਲੀ ਆ ਜੇ, ਦੁਸਹਿਰਾ ਆ ਜੇ, ਕੋਈ ਹੋਲੀ ਆ ਜੇ, ਕੋਈ ਹੋਰ, ਇਹ ਕੁਛ ਤਿਉਹਾਰ ਤਾਂ ਮੌਸਮੀ ਹੈ ਤੇ ਹਰ ਧਰਮ ਨੇ ਇਹਨਾਂ ਨੂੰ ਆਪਣੇ ਧਰਮ ਦੇ ਰੰਗਾਂ ਵਿੱਚ ਮਨਾਇਆ, ਆਪਣੀ ਰੀਤੀਆਂ ਮੁਤਾਬਕ ਉਸ ਹਿਸਾਬ ਨਾਲ ਗੁਰੂ ਕੀ ਮਹਿਮਾ ਕਰ ਲਈ। ਤੇ ਪਰ ਉਹ ਜਿਹੜਾ ਕੀੜੇ ਕੱਢ ਮਹਿਕਮਾ ਹੁੰਦਾ ਨਾ, ਗਿਆਨ ਹੈਗਾ ਤੇ ਉਹ ਕੀੜੇ ਕੱਢਣੇ ਆ ਉਹਨਾਂ ਨੇ, ਉਹ ਫਿਰ ਲੱਗ ਜਾਂਦੇ ਨੇ ਇਸ ਪਾਸੇ। 10-15 ਦਿਨ 20 ਦਿਨ ਉਹਨਾਂ ਦਾ ਵਧੀਆ ਕੰਮ ਚੱਲਦਾ, ਟੀਕਾ ਟਿੱਪਣੀ ਕਰਕੇ 20 ਦਿਨ ਕੰਮ ਚੱਲਦਾ ਰਹਿੰਦਾ। ਉਦੋਂ ਬਾਅਦ ਕੋਈ ਨਾ ਕੋਈ ਨਵਾਂ ਤਿਉਹਾਰ ਆ ਜਾਂਦਾ, ਉਧਰ ਨੂੰ ਹੋ ਜਾਂਦੇ ਆ। ਜਾਂ ਕੀੜੇ ਕੱਢ ਮਹਿਕਮਾ ਦੇਖੋ, ਜਦੋਂ ਦੇਖਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਉਹ ਕੱਤਕ ਸੁਦੀ ਪੂਰਨਮਾਸ, ਸਾਰੀ ਸਿੱਖ ਸੰਗਤ ਕੀ ਵਰਲਡ ਦੇ ਵਿੱਚ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਐ ਤੇ 5-6 ਵਿਦਵਾਨ ਹੈ ਆਪਣੀ ਕੌਮ ਦੇ ਵਿੱਚ, ਕੀੜੇ ਕੱਢ ਵਿਦਵਾਨ। ਤੇ ਉਹਨਾਂ ਦਾ ਕੀ ਹੁੰਦਾ, ਉਹਨਾਂ ਦਾ ਰੱਦ ਨਹੀਂ ਜੀ, ਇਸ ਦਿਨ ਪ੍ਰਕਾਸ਼ ਨਹੀਂ ਸੀ ਹੋਇਆ, ਇਹ ਤਾਂ ਵਿਸਾਖ ਚ ਹੋਇਆ ਸੀ, ਇਹ ਫਲਾਨਾ ਹੋਇਆ ਸੀ। ਬਈ ਦੁਨੀਆ ਤਾਂ ਸਾਰੀ ਰਸ ਲੈ ਰਹੀ ਹੈ, ਜੈ ਜੈਕਾਰਾਂ ਕਰ ਰਹੀ ਹੈ। ਮੂਰਖੋ, ਤੁਸੀਂ ਕਿਹੜੇ ਪਾਸੇ ਲੱਗੇ ਹੋਏ? ਸਾਰੀ ਦੁਨੀਆ ਪੋਹ ਸੁਦੀ 7ਵੇਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਦਿਹਾੜਾ, ਪ੍ਰਕਾਸ਼ ਦਿਹਾੜਾ ਮਨਾ ਕੇ ਜੈ ਜੈਕਾਰ ਕਰਨ ਲੱਗੀ ਹੁੰਦੀ ਹੈ। 5-6 ਇਹੋ ਜਿਹੇ ਨੇ, ਉਹ ਜਿਉਂ ਲੱਗਦੇ ਨੇ ਆਏ ਨਹੀਂ ਦੇਣੇ, ਆਏ ਨਹੀਂ ਦੇਣੇ, ਆਏ ਕਿਉਂ ਹੈ, ਆਹ ਕਿਉਂ ਹੈ, ਇਸ ਪਾਸੇ ਨੂੰ ਨੇ। ਜੇ ਇਹ ਕਹਿ ਲਓ ਫਿਰ ਇਹ ਉਹ ਨੇ ਜਿਵੇਂ ਮਣੀ ਤਾਂ ਹੈਗੀ ਆ ਸੱਪ ਕੋਲੇ, ਪਰ ਕੱਢਦੇ ਉਦੋਂ ਹੈ ਜਦੋਂ ਕੀੜੇ ਖਾਣੇ ਹੁੰਦੇ ਆ। ਗਿਆਨ ਤਾਂ ਹੈਗਾ। ਇੱਕ ਗੁਰਮੁਖੋ ਗੁਰਮੁਖ ਗਿਆਨਵਾਨ ਹੁੰਦੇ ਆ। ਜਿਹੜੇ ਗੁਰਮੁਖ ਗਿਆਨਵਾਨ ਹੈ ਉਹ ਸਮਝੋ ਉਹ ਮਣੀ ਵਰਗੇ ਆ, ਜਦ ਜਿਹੜਾ ਸੱਪ ਮਣੀ ਕੱਢਦਾ ਪਰ ਪੁੰਨਿਆਂ ਦੀ ਰਾਤ ਨੂੰ ਕੱਢ ਕੇ ਅੰਮ੍ਰਿਤ ਰਸ ਲੈਂਦਾ। ਗਿਆਨ ਉਹ ਚੰਗਾ, ਗਿਆਨ ਉਸ ਵਾਸਤੇ ਵਰਤੋ ਤਾਂ ਕਿ ਤੁਹਾਨੂੰ ਅੰਮ੍ਰਿਤ ਆਨੰਦ ਰਸ ਆਵੇ। ਗੁਰੂ ਮਹਾਰਾਜ ਕਿਰਪਾ ਕਰਨ, ਐਸੇ ਗੁਰਮੁਖਾਂ ਗਿਆਨਵਾਨ ਪੁਰਸ਼ਾਂ ਨੂੰ ਮਹਾਰਾਜ ਨੇ ਵਡਿਆਈ ਦਿੱਤੀ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਹਰਹੁ ਵਿਚਾਰ, ਗੱਲ ਆਪਣੀ ਚਲਦੀ ਚਲਦੀ ਗੱਲ ਇਸ ਪਾਸੇ ਆ ਗਈ ਕਿ ਜਿੰਨੇ ਵੀ ਹਨ ਦੇਵਪਾਲ ਉੜਪਤ ਪ੍ਰਕਾਸ਼ਕ, ਚੰਦਰਮਾ ਜਿਹੜਾ ਦੇਵਤਿਆਂ ਦਾ ਪਾਲਣਹਾਰਾ, ਕਹਿਣ ਲੱਗੇ ਉੜਪਤ ਤਾਰਿਆਂ ਦਾ ਪਤੀ, ਸੁਆਮੀ ਸਭ ਨੂੰ ਪ੍ਰਕਾਸ਼ ਦੇਣ ਵਾਲਾ, ਬਰਸਤ ਸੁਧਾ ਸਰਬ ਜਗ ਮਾਲਕ, ਜਿਹੜਾ ਅੰਮ੍ਰਿਤ ਬਰਸਾਉਣ ਵਾਲਾ ਤੇ ਉਹੀ ਸਾਰੇ ਜਗਤ ਦਾ ਮਾਲਕ। ਕੰਮ ਜਾਦੇ ਹੋਵਨ ਜੋ ਪਿਖੀਏ, ਦੇਖੋ ਜਿਹੜਾ ਉਹ ਕਹਿੰਦੇ ਕੰਮ ਜਾਦੇ, ਕਦੇ ਘਟ ਗਿਆ ਕਦੇ ਵੱਧ ਗਿਆ, ਜਿਹੜਾ ਇਹ ਦੇਖਿਆ ਜਾਂਦਾ। ਮਹਾਰਾਜ ਨੂੰ ਕਹਿਣ ਲੱਗੇ ਧਰਾ ਫਿਰਨ ਤੈ ਜੋ ਦੜ ਲਖੀਏ, ਇਹ ਕਹਿੰਦੇ ਮਹਾਰਾਜ ਧਰਤੀ ਦੇ ਫਿਰਨ ਕਰਕੇ ਇਸ ਗੱਲ ਨੂੰ ਤੁਸੀਂ ਜਾਣ ਲਓ, ਦ੍ਰਿੜ ਕਰਕੇ ਜਾਣੋ ਕਿ ਉਹ ਤਾਂ ਘਟਦਾ ਵੱਧਦਾ ਹੈ ਕਿ ਧਰਤੀ ਘੁੰਮਦੀ ਹੈ। ਸੇਵਕ ਚੰਦਰ ਲੋਕ ਮੈਂ ਜੈ ਹੈ, ਜਿਹੜੇ ਚੰਦਰਮਾ ਲੋਕ ਦੇ ਵਿੱਚ ਸੇਵਕ ਜਾਂਦੇ ਹਨ। ਬਾਂਛਤ ਭੋਗ ਭੁਗਤ ਤੈ ਰਹਿ ਹੈ, ਉਹ ਉੱਥੇ ਰਹਿ ਕੇ ਭਾਈ ਭੋਗ ਭੁਗਤ, ਭੋਗਾਂ ਪਦਾਰਥਾਂ ਨੂੰ ਭੋਗਦੇ ਹਨ। ਚੰਦਰ ਭਗਤ ਕੀ ਜੋ ਸੁਨ ਬਾਣੀ, ਇਹ ਚੰਦਰਮਾ ਦੇ ਭਗਤਾਂ ਦੀ ਇਸ ਤਰ੍ਹਾਂ ਬਾਣੀ ਭਾਵ ਗੱਲਾਂ ਪ੍ਰਸ਼ਨ ਸੁਣ ਕਰਕੇ ਬੋਲੇ ਹੱਸ ਕਰ ਪੁਨ ਗੁਰ ਗਿਆਨੀ। ਗਿਆਨਵਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਹੱਸ ਕਰ ਪੁਨ, ਪੁਨ ਨਾਮ ਦਾ ਭਾਵ ਹੈ ਫਿਰ ਗੁਰੂ ਸਾਹਿਬ ਜੀ ਹੱਸ ਕੇ ਬੋਲੇ ਹਨ। ਨਹਿ ਜਗ ਤੇਸ ਨਸ਼ੇਸ਼ ਪਛਾਨੋ, ਨਸ਼ੇਸ਼ ਨਾਮ ਹੈ ਚੰਦਰਮਾ ਦਾ। ਕਹਿੰਦੇ ਭਾਈ ਇਹ ਚੰਦਰਮਾ ਨੂੰ ਜਗਤ ਦਾ ਈਸ਼ਵਰ ਨਾ ਜਾਣੋ। ਨਖ ਤਨ ਮੈਂ ਵੱਡ ਨਖਤ ਪਰਮਾਨੋ, ਨਖਤਨ ਮੈਂ ਵੱਡ ਨਖਤ ਪਰਮਾਨੋ। ਨਖਤਨ ਇੱਥੇ ਸ਼ਬਦ ਨਖੇਤਰ ਵੀ ਲਿਖਿਆ, ਨਖਤਨ ਨਾਮ ਹੈ ਤਾਰਿਆਂ ਦਾ। ਮਹਾਰਾਜ ਕਹਿੰਦੇ ਚੰਦਰਮਾ ਈਸ਼ਵਰ ਨਹੀਂ ਹੈ। ਨਖਤਨ ਮੈਂ ਵੱਡ ਨਖਤ ਪਰਮਾਨੋ, ਇਹ ਜਾਣੋ ਕਿ ਤਾਰਿਆਂ ਦੇ ਵਿੱਚੋਂ ਇਹ ਵੀ ਇੱਕ ਵੱਡਾ ਤਾਰਾ ਹੈ, ਹੋਰ ਨਹੀਂ ਹੈ ਕੁਛ। ਇਹ ਪਰਮਾਨੋ ਕਹੀਏ, ਜਾਣ ਲਵੋ, ਮੰਨ ਲਵੋ। ਵੱਡਤ ਘਟਤ ਪੁਨ ਗ੍ਰਸਤ ਸੁਰਾਹੂ,
ਜੇ ਉਹ ਇਹ ਸਭ ਕੁਝ ਦਾ ਕਰਤਾ ਧਰਤਾ ਹੁੰਦਾ ਫਿਰ ਧਰਤੀ ਦਾ ਉਹਦੇ ਤੇ ਕਿਉਂ ਅਸਰ ਹੁੰਦਾ? ਤੁਸੀਂ ਕਹਿੰਦੇ ਧਰਤੀ, ਹੁਣ ਅੱਜ ਵਿਗਿਆਨ ਵੀ ਕਹਿੰਦੇ ਧਰਤੀ ਘੁੰਮਦੀ ਹੈ, ਇਹ ਚੰਦਰਮਾ ਵੱਧਦਾ ਘਟਦਾ, ਸਾਰੇ ਜਾਣ ਬੱਚੇ ਨੂੰ ਪਤਾ ਲੱਗ ਗਿਆ। ਲੇਕਿਨ ਜੇ ਉਹ ਆਪਣੇ ਆਪ ਵਿੱਚ ਸਰਬੱਗ ਹੋਵੇ ਤਾਂ ਫਿਰ ਉਹ ਤੇ ਧਰਤੀ ਦਾ ਅਸਰ ਕਿਉਂ ਹੋਵੇ, ਵਧੀ ਘਟੀ ਜਾਵੇ? ਜਿਹਨੇ ਘੁੰਮੀ ਜਾਣਾ ਘੁੰਮੀ ਜੇ, ਉਹ ਕਿਉਂ ਵਧੇ ਘਟੇ? ਭਾਈ ਪਰਮਾਤਮਾ ਹੈ, ਉਹਦੇ ਤੇ ਕੋਈ ਅਸਰ ਹੈ ਧਰਤੀ ਘੁੰਮਣ ਦਾ? ਇਸ ਕਰਕੇ ਵੱਢਤ ਘਟਤ ਪੁਨ ਗ੍ਰਸਤ ਸੁਰਾਹੂ, ਵੱਧਦਾ ਘਟਦਾ ਕਹਿੰਦੇ ਗ੍ਰਸਤ ਨਾਮ ਹੈ ਪਕੜ ਲੈਣ ਦਾ, ਸੁਰਾਹੂ ਉਸ ਨੂੰ ਰਾਹੂ ਜਿਹੜਾ ਹੈ ਉਹ ਫੜ ਲੈਂਦਾ। ਰਾਹੂ ਦਾ ਫੜਿਆ ਗ੍ਰੰਥ ਕਹਿੰਦੇ ਰਾਹੂ ਨੇ ਫੜ ਲਿਆ, ਚੰਦਰਮਾ ਨੂੰ ਗ੍ਰਹਿਣ ਲੱਗ ਗਿਆ। ਫਿਰ ਕਲਿਆਣ ਕਿਮ ਕਰ ਹੈ ਕਾਹੂ, ਤੇ ਦੱਸੋ ਜਿਹੜਾ ਆਪ ਵਾਧਾ ਘਟਦਾ ਹੈ ਤੇ ਜਿਹਨੂੰ ਰਾਹੂ ਫੜ ਲੈਂਦਾ ਹੈ ਤੇ ਉਹ ਕਲਿਆਣ ਕਿਸੇ ਦੀ ਦੱਸੋ ਫਿਰ ਕਿਵੇਂ ਕਰ ਸਕਦਾ ਹੈ? ਰਚੇ ਜਾਹੇ ਸਸ ਸੂਰ ਅਪਾਰੇ, ਮਹਾਰਾਜ ਕਹਿੰਦੇ ਭਾਈ ਜਿਸ ਨੇ ਇਹੋ ਜੇ ਚੰਦਰਮਾ ਤੇ ਸੂਰਜ ਬੇਅੰਤ ਰਚਨਾ ਕੀਤੀ, ਤਾਹੇ ਭਜੋ ਕੇ ਨਾ ਮਤ ਕੇ ਮਾਰੇ। ਤੁਸੀਂ ਉਸ ਨੂੰ ਤਾਹੇ ਭਜੋ ਕੇ, ਇਹਦੇ ਦੋ ਅਰਥ ਹੋ ਜਾਂਦੇ ਆ, ਜੇ ਨੰਨੇ ਨੂੰ ਮੂਹਰੇ ਜੋੜ ਲਈਏ ਤਾਹੇ ਭਜੋ ਕੇ ਨਾ ਮਤ ਕੇ ਮਾਰੇ, ਤੁਹਾਡੀ ਮਤ ਮਾਰੀ ਹੋਈ ਆ ਉਸ ਪਰਮਾਤਮਾ ਨੂੰ ਨਹੀਂ ਭਜਦੇ। ਜਾਂ ਕਿਹਾ ਤਾਹੇ ਭਜੋ ਕੇ, ਉਸ ਵਾਹਿਗੁਰੂ ਦਾ ਭਜਨ ਕਰੋ ਜਿਹਨੇ ਭਾਈ ਇਹੋ ਜੇ ਸੂਰਜ ਚੰਦਰਮਾ ਅਨੇਕਾਂ ਪੈਦਾ ਕਰਤੇ, ਨਾ ਮਤ ਕੇ ਮਾਰੇ, ਐਵੇਂ ਆਪਣੀ ਮਤ ਨੂੰ ਨਾ ਮਾਰੋ। ਮਾਨ ਬਚਨ ਗੁਰ ਕਾ ਵਹਿ ਗਏ, ਉਹ ਵੀ ਭਾਈ ਜਿਹੜੇ ਚੰਦਰਮਾ ਪਾਸ਼ਿਕ ਸੀ ਗੁਰੂ ਸਾਹਿਬ ਦੇ ਬਚਨ ਨੂੰ ਮੰਨ ਕੇ ਫਿਰ ਚਲੇ ਗਏ। ਪਿੱਤਰ ਉਪਾਸ਼ਿਕ ਆਵਤ ਭਏ, ਫਿਰ ਮਹਾਰਾਜ ਦੇ ਕੋਲੇ ਜਿਹੜੇ ਪਿਤਰਾਂ ਨੂੰ ਮੰਨਣ ਵਾਲੇ ਸੀ, ਪਿਤਰ ਉਪਾਸ਼ਕ, ਉਹ ਆ ਗਏ। ਚੰਦਰ ਬਿੰਬ ਕੇ ਉੱਪਰ ਰਹਿ, ਉਹ ਜਿਹੜਾ ਪਿਤਰ ਲੋਕ ਹੈ ਕਹਿੰਦੇ ਹਨ ਕਿ ਉਹ ਚੰਦਰ ਬਿੰਬ ਚੰਦਰਮਾ ਦੇ ਮੰਡਲ ਤੋਂ ਉੱਪਰ ਰਹਿੰਦਾ ਹੈ। ਨਿਤ ਮੁਕਤ ਮਨ ਇਛਤ ਪੁਗੈ ਹੈ, ਤੇ ਉਹ ਨਿਤ ਮੁਕਤੀ ਉੱਥੇ ਉਹਨਾਂ ਨੂੰ ਪ੍ਰਾਪਤ। ਦੇਖੋ ਪਿਤਰ ਲੋਕ ਵਿੱਚ ਮਨ ਇਛਤ ਪਦਾਰਥ ਭੋਗਦੇ ਹਨ। ਪਿਤਰ ਲੋਕ ਜੇ ਬੇਦ ਬਖਾਨੈ, ਜਿਹੜੇ ਪਿਤਰ ਲੋਕ ਹੈ ਜਿਸ ਨੂੰ ਵੇਦ ਵੀ ਕਹਿੰਦੇ ਹਨ, ਤਾਹੇ ਉਪਾਸ਼ਕ ਜੋ ਨਰ ਠਾਨੈ, ਉਹਨਾਂ ਪਿਤਰਾਂ ਦੀ ਜਿਹੜਾ ਕੋਈ ਉਪਾਸ਼ਨਾ ਕਰਦਾ ਹੈ ਜੋ ਪ੍ਰਾਣੀ, ਜਾਏ ਤਹਾਂ ਸੋ ਨੀਤ ਰਹਿ ਹੈ, ਉਹ ਵੀ ਫਿਰ ਜਾਂਦਾ ਜਦੋਂ ਇਸ ਦੁਨੀਆ ਤੋਂ ਤਾਂ ਉੱਥੇ ਪਿਤਰ ਲੋਕ ਨੀਤ ਉੱਥੇ ਰਹਿੰਦਾ ਹੈ। ਜਹੀ ਮੁਕਤ ਹਮ ਨੀਕ ਮਨੈ ਹੈ, ਕਹਿੰਦੇ ਇਸੇ ਨੂੰ ਹੀ ਅਸੀਂ ਤਾਂ ਜਿਹੜੇ ਹਾਂ ਸਹੀ ਰੂਪ ਦੇ ਵਿੱਚ ਮੁਕਤੀ ਮੰਨਦੇ ਹਾਂ। ਸਤਿਗੁਰ ਕਹਿਓ ਸੁਨੋ ਮਮ ਬਾਣੀ, ਗੁਰੂ ਮਹਾਰਾਜ ਕਹਿੰਦੇ ਭਾਈ ਸਾਡੇ ਬਚਨ ਸੁਣੋ। ਪੈ ਹੈ ਮੁਕਤ ਸਹੀ ਬ੍ਰਹਮ ਗਿਆਨੀ, ਇਹ ਜਾਣੋ ਕਿ ਬ੍ਰਹਮ ਗਿਆਨੀ ਜਿਹੜਾ ਹੈ ਅਸਲ ਵਿੱਚ ਉਹੀ ਮੁਕਤ ਹੁੰਦਾ ਹੈ। ਕਰਮੀ ਮੁਕਤ ਨਹੀਂ ਕੋ ਪੈ ਹੈ, ਜਿਹੜਾ ਇਸ ਤਰ੍ਹਾਂ ਦਾ ਕਰਮੀ ਹੈ, ਕਰਮਾਂ ਨਾਲ ਪਿਤਰ ਲੋਕ ਵਿੱਚ ਚਲਿਆ ਗਏ, ਉਹ ਕੋਈ ਮੁਕਤੀ ਵਿੱਚ ਨਹੀਂ ਪੈਂਦਾ। ਸੁਖ ਦੁੱਖ ਫਲ ਕਰਮਨ ਭੋਗੈ ਹੈ, ਉੱਥੇ ਤਾਂ ਸੁੱਖ ਦੁੱਖ ਕਰਮਾਂ ਦਾ ਜਿਹੜਾ ਫਲ ਹੈ ਜਿਹੋ ਜਿਹਾ ਕਿ ਜੇ ਉਹਨੇ ਚੰਗੇ ਕੀਤੇ ਸੁੱਖ ਭੋਗ ਲਏ, ਸਵਰਗ ਚਲਿਆ ਗਿਆ ਤੇ ਉਹਨੂੰ ਇਹੋ ਜਿਹੀ ਐਸ਼ੋ ਇਸ਼ਰਤ ਮਿਲ ਗਈ, ਪਰ ਜਨਮ ਤਾਂ ਫੇਰ ਲੈਣਾ ਪਿਆ। ਇਸ ਕਰਕੇ ਮਾੜਾ ਹੋਇਆ, ਕਰਮ ਕੀਤੇ ਨਰਕ ਭੋਗਿਆ। ਲੇਕਿਨ ਭੋਗਣ ਤੋਂ ਬਾਅਦ ਇਸ ਕਰਕੇ ਗੁਰਮੁਖਾਂ ਨੇ ਇੱਕ ਗੱਲ ਜਾਣੋ ਬਾਣੀ ਵਿੱਚ ਕਿ ਸਵਰਗ ਨਰਕ ਨੂੰ ਰੱਦ ਕਰਤਾ। ਕਾਹਤੋਂ ਕੀਤਾ? ਕਿਉਂਕਿ ਗੁਰੂ ਚਰਨਾਂ ਵਿੱਚ ਜਿਹੜਾ ਆਨੰਦ ਹੈ ਸੱਚਖੰਡ ਵਿੱਚ ਮੁਕਤੀ ਉਹੀ ਹੈ। ਸਵਰਗ ਨਰਕ ਤਾਂ ਇਹ ਹੈ ਕਿ ਇੱਕ ਸੁੱਖ ਹੈ, ਇੱਕ ਉੱਥੇ ਦੁੱਖ ਹੈ। ਇੱਕ ਨੇ ਕਰਮ ਦੇ ਫਲ ਮੁਤਾਬਕ ਸਵਰਗ ਮਿਲ ਗਿਆ, ਉਨੀ ਕੁ ਜ਼ਿੰਦਗੀ ਚੰਗੀ ਭੋਗੀ, ਜਿੱਦੇ ਕਰਮ ਫਲ ਪੂਰਾ ਹੋ ਗਿਆ ਫੇਰ ਵਾਪਸ ਜਨਮ ਲੈਣਾ ਪਿਆ। ਫੇਰ ਉਹਨੂੰ ਚਾਹੇ ਚੰਗੇ ਥਾਂ ਜਨਮ ਮਿਲ ਜੇ, ਜਨਮ ਤਾਂ ਲੈਣਾ ਪਊ ਨਾ, ਜਨਮ ਮਰਨ ਤਾਂ ਨਹੀਂ ਨਾ ਕੱਟਿਆ ਗਿਆ। ਮਾੜੇ ਵਾਲੇ ਨੂੰ ਉਹੇ ਜਿਹਾ ਹੁੰਦਾ। ਇਸ ਕਰਕੇ ਇਹ ਜਿਹੜਾ ਹੈ ਸੁੱਖ ਦੁੱਖ ਫਲ ਕਰਮਨ ਭੋਗੈ ਹੈ। ਸੁੱਖ ਤੇ ਦੁੱਖ ਕਰਮਾਂ ਦੇ ਫਲ ਭੋਗਦੇ ਹਨ। ਪਿਤਰ ਲੋਕ ਜੋ ਕਹਿਤ ਪੁਰਾਨ, ਮਹਾਰਾਜ ਕਹਿੰਦੇ ਜਿਹੜਾ ਪੁਰਾਣਾ ਵਿੱਚ ਲਿਖਿਆ ਨਾ ਕਿ ਪਿਤਰ ਲੋਕ ਹੈ, ਪੁੰਨ ਆਤਮ ਰਹਿ ਤਹਿ ਜਾਨ,
ਇਹ ਜਾਣ ਲਓ ਭਾਈ, ਉੱਥੇ ਜਿਹੜੀਆਂ ਪੁੰਨ ਆਤਮਾ ਨੇ, ਜਿਨ੍ਹਾਂ ਨੇ ਇੱਥੇ ਕੋਈ ਪੁੰਨ ਕੀਤੇ ਐ, ਉਹ ਪਿਤਰ ਲੋਕ, ਸਵਰਗ ਲੋਕ ਕਹਿ ਦਿੰਦੇ ਆ, ਉੱਥੇ ਰਹਿੰਦੇ ਹਨ। ਭੋਗ ਪੁੰਨ ਫਲ ਫਿਰ ਗਿਰ ਧਰਨੀ। ਮਹਾਰਾਜ ਕਹਿੰਦੇ ਜਦੋਂ ਉਹਨਾਂ ਜਿਹੜੇ ਪੁੰਨ ਕਰਮਾਂ ਦਾ ਫਲ ਭੋਗ ਲਿਆ, ਵਾਪਸ ਤਾਂ ਫਿਰ ਧਰਤੀ ਤੇ ਗਿਰਦੇ ਨੇ, ਜਨਮ ਤਾਂ ਫਿਰ ਲੈਂਦੇ ਐ। ਪਾਵਤ ਜਨਮ ਅਨਕ ਕਰ ਕਰਨੀ। ਫਿਰ ਭਾਈ ਇੱਥੇ ਜਨਮ ਪਾਉਂਦੇ ਐ। ਹੋਰ ਕਿੰਨੇ ਇਸ ਤਰ੍ਹਾਂ ਦੇ ਕਰਮ ਕਰਦੇ ਨੇ। ਪਿਤਰਨ ਕੇ ਨਿਮਿਤ ਜਨ ਜਾਤੇ। ਤੇ ਪਿਤਰਾਂ ਦੇ ਨਿਮਿਤ ਜਿਹੜੇ ਲੋਕ ਇਸ ਤਰ੍ਹਾਂ ਪਿੰਡ ਸਰਾਧ ਖਿਆਏ ਕਰਵਾਤੇ। ਪਿਤਰਾਂ ਦੇ ਨਿਮਿਤ ਕੋਈ ਅਰਪਿਆ ਹੋਇਆ ਪਿੰਡ ਸਰਾਧ, ਪਿੰਡ ਨਾਮ ਆਟੇ ਦੇ ਪਿੰਨੇ ਗੋਲੇ ਬਣਾ ਬਣਾ ਕੇ ਉਹ ਅਰਪਦੇ ਸਨ ਪਿਤਰਾਂ ਨੂੰ। ਇਹ ਜੌਂ ਦੇ ਆਟੇ ਦੇ ਬਣਾਉਂਦੇ ਸੀ, ਉਹਨੂੰ ਕਹਿੰਦੇ ਸੀ ਪਿੰਡ ਭਰਨਾ। ਸ਼ਰਾਧ, ਫਿਰ ਪਿਤਰਾਂ ਨਿਮਿਤ ਸ਼ਰਾਧ ਕਰਨਾ ਬਾਅਦ ਵਿੱਚ। ਤੇ ਉਹ ਅੰਨ ਵਸਤਰ ਇਹੋ ਜਿਹਾ ਕੁਛ ਦਾਨ ਕਰਦੇ ਸੀ। ਇਹ ਹੈ ਤਾਂ ਗੁਰੂ ਮਹਾਰਾਜ ਨੇ ਇਹਨੂੰ ਭਰਮ ਜਾਂ ਪਖੰਡ ਕਹਿਤਾ। ਖਿਆਹੇ, ਖਿਆਹੇ ਕਹਿੰਦੇ ਨੇ, ਹਾਂ, ਖਿਆਹੇ ਕਰਵਾਤੇ। ਖਿਆਹੇ ਨਾਮ ਹੁੰਦਾ ਹੈ ਕਿ ਬਾਰ-ਬਾਰ ਕਿਸੇ ਪਿਤਰ ਦੀ, ਜਿਵੇਂ ਬਰਸੀ ਰੂਪ ਦੇ ਵਿੱਚ ਉਸ ਦਿਨ ਪਿਤਰਾਂ ਦੇ ਨਿਮਿਤ ਕੋਈ ਅੰਨਦਾਨ ਕਰੇ, ਸਾਲ ਬਾਅਦ ਉਹਨੂੰ ਖਾਹ ਕਹਿੰਦੇ ਆ, ਖਵਾਹ। ਕਰਵਾਤੇ ਕਹੀਏ ਕਰਵਾਉਂਦੇ ਆ। ਪਿੰਡ ਸ਼ਰਾਧ ਖਾ, ਪਿਤਰਾਂ ਦੇ ਨਿਮਿਤ ਜਿਹੜੇ ਉਪਾਸ਼ਕ ਲੋਕ ਹਨ ਉਹਨਾਂ ਦੇ ਉਹ ਕਰਵਾਉਂਦੇ ਆ। ਇਹ ਮਨ ਮਤ ਹੈ, ਜਿਸ ਕਰਕੇ ਜੰਮਣ ਮਰਨ ਦਾ ਜਿਹੜਾ ਹੈ ਦੁੱਖ ਉਹ ਤਾਂ ਖਤਮ ਨਹੀਂ ਨਾ ਹੋਇਆ। ਜੰਮਣ ਮਰਨ ਤਾਂ ਮੁੱਕਿਆ ਨਹੀਂ ਹੈ। ਗੁਰੂ ਮਹਾਰਾਜ ਨੇ ਆਪਣਾ ਮਤ ਵਾਹਿਗੁਰੂ ਨਾਮ ਜਪ ਕੇ ਸਾਨੂੰ ਮੁਕਤ ਹੋਣਾ ਦੱਸਿਆ। ਤੇ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋ ਇਹ ਕਰਵਾਉਂਦੇ ਨੇ, ਤਾਂ ਤੇ ਧੁਮ ਭੀ ਈਸ਼ ਉਪਾਸੋ। ਇਸ ਕਰਕੇ ਭਾਈ ਮੁਕਤੀ ਨਹੀਂ ਮਿਲੀ, ਜਨਮ ਮਰਨ ਰਹੂ। ਤੁਸੀਂ ਵੀ ਈਸ਼ਵਰ ਪਰਮਾਤਮਾ ਦੀ ਉਪਾਸਨਾ ਕਰੋ। ਮਹਾਰਾਜ ਕਹਿੰਦੇ ਸਤਿਨਾਮ ਜਪ ਭਵ ਦੁੱਖ ਨਾਸੋ। ਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋ, ਭਵ ਦੁੱਖ ਨਾਸੋ, ਭੌਜਲ ਦੇ ਦੁੱਖਾਂ ਦਾ ਨਾਸ਼ ਕਰ ਲਵੋ। ਮਾਨ ਵਚਨ ਵਹਿ ਗੁਰ ਸਿੱਖ ਭਏ। ਉਹਨਾਂ ਨੇ ਵਚਨ ਮੰਨੇ ਤੇ ਗੁਰੂ ਕੇ ਸਿੱਖ ਹੋ ਗਏ। ਤਬ ਹੀ ਗਰੁੜ ਉਪਾਸ਼ਕ ਆਏ। ਇਹਨਾਂ ਤੋਂ ਬਾਅਦ ਫਿਰ ਗਰੁੜ ਉਪਾਸ਼ਕ ਆਏ, ਕਹਿੰਦੇ ਮਹਾਰਾਜ ਸਾਡੇ ਨਾਲ ਗੱਲ ਕਰੋ। ਹੈ ਭਗਵਾਨ ਗਰੁੜ ਸਭ ਲਾਇਕ। ਕਹਿੰਦੇ ਜਿਹੜਾ ਸਾਡਾ ਭਗਵਾਨ ਹੈ ਗਰੁੜ, ਉਹ ਸਭ ਤਰ੍ਹਾਂ ਕਰਕੇ ਸ੍ਰੇਸ਼ਟ ਲਾਇਕ ਹੈ। ਹਰ ਬਾਹਨ ਨਿਰਭੈ ਪਦ ਦਾਇਕ। ਤੇ ਉਹ ਹਰੀ ਵਿਸ਼ਨੂੰ ਦੀ ਅਸਵਾਰੀ ਹੈ ਸਾਡਾ ਭਗਵਾਨ ਗਰੁੜ, ਨਿਰਭੈ ਪਦ ਦਾਇਕ। ਜਿਹੜੀ ਦੁੱਖਾਂ ਤੋਂ ਰਹਿਤ ਪਦਵੀ ਆ ਉਹਨੂੰ ਪ੍ਰਾਪਤ ਹੋਈ ਵੀ ਹੈ। ਈਸ ਦਵਾਰ ਪਰ ਜੋ ਸਦ ਰਹੀ। ਜਿਹੜਾ ਦੇਖੋ ਈਸ਼ਵਰ ਦੇ ਦਰ ਤੇ ਸਦਾ ਰਹਿੰਦਾ ਹੈ। ਭਜੋ ਤਾਹੇ ਜੇ ਸਭ ਸੁਖ ਚਾਹੀ। ਸਾਡਾ ਮਤ ਤੇ ਕਹਿੰਦਾ ਕਿ ਉਸ ਗਰੁੜ ਭਗਵਾਨ ਦਾ ਭਜਨ ਕਰੋ ਜੇ ਸਦਾ ਸੁਖ ਚਾਹੁੰਦੇ ਹੋ। ਗੁਰੂ ਕਹਿਓ ਸੁਆਮੀ ਤਜ ਜੋਈ। ਮਹਾਰਾਜ ਕਹਿੰਦੇ ਇਹ ਵੀ ਕੀ ਵਡਿਆਈ ਵਾਲੀ ਗੱਲ ਹੈ ਕਿ ਜੇ ਕੋਈ ਮਾਲਕ ਨੂੰ ਛੱਡ ਕਰਕੇ ਭਜੈ ਗੁਲਾਮ ਮਹਾ ਜੜ ਸੋਈ। ਉਹ ਮਾਲਕ ਦੇ ਨੌਕਰ ਨੂੰ, ਮਾਲਕ ਦੇ ਗੁਲਾਮ ਨੂੰ ਮੰਨੀ ਚੱਲੇ, ਉਹਨੂੰ ਮੱਥੇ ਟੇਕੇ, ਉਹਦਾ ਭਜਨ ਕਰੇ ਤਾਂ ਮਹਾ ਜੜ ਸੋਈ। ਉਹਨੂੰ ਮਹਾ ਮੂਰਖ ਕਿਹਾ ਜਾਂਦਾ ਹੈ। ਮਨ ਨਿਰਮਲ ਤੇ ਹੋਇਆ ਹੈ ਗਿਆਨਾ। ਜੋ ਗਿਆਨ ਹੈ ਮਨ ਦੀ ਨਿਰਮਲਤਾ ਦੇ ਨਾਲ ਹੁੰਦਾ ਹੈ, ਤਾਂ ਤੇ ਪੈ ਹੈ ਪਦ ਨਿਰਬਾਨਾ। ਇਸ ਕਰਕੇ ਦੇ ਨਾਲ ਹੀ ਨਿਰਵਾਣ ਪਦ ਦੀ ਪ੍ਰਾਪਤੀ ਹੁੰਦੀ ਹੈ। ਗੁਰ ਬਚ ਸਾਚ ਮਾਨ ਵਹਿ ਗਇਓ। ਗੁਰੂ ਮਹਾਰਾਜ ਦੇ ਬਚਨਾਂ ਨੂੰ ਸੱਚ ਮੰਨ ਕਰਕੇ ਫਿਰ ਉਹ ਵੀ ਗਏ ਹਨ। ਸ਼ੇਸ਼ ਉਪਾਸ਼ਕ ਸਨਮੁਖ ਭਇਓ। ਫਿਰ ਸ਼ੇਸ਼ਨਾਗ ਦੇ ਉਪਾਸ਼ਕ ਗੁਰੂ ਮਹਾਰਾਜ ਦੇ ਸਾਹਮਣੇ ਹੋਏ। ਸਾਚ ਔਰ ਮਤ ਹੈ ਸਭ ਕੂਰੋ। ਕਹਿੰਦੇ ਮਹਾਰਾਜ ਸੱਚ ਜਾਣੋ, ਜਿੰਨੇ ਮਤ ਨੇ ਸਾਰੇ ਝੂਠੇ ਹਨ। ਮਮ ਮਤ ਸਾਚ ਸੁਖਦ ਅਤਰੂਰੋ। ਜਿਹੜਾ ਸਾਡਾ ਮਤ ਹੈ ਉਹੀ ਅਸਲੀ ਹੈ, ਉਹੀ ਸੱਚਾ ਸੁਖ ਦੇਣ ਵਾਲਾ ਸੁੰਦਰ ਹੈ। ਫਨ ਅਨੰਤ ਭਗਵਾਨ ਸੇਸ਼ ਜੋ। ਕਹਿੰਦੇ ਦੇਖੋ ਅਨੰਤ ਫਣ ਜਿਹੜੇ ਹਨ ਭਗਵਾਨ ਦੀ ਸੇਜ ਜੋ ਸੇਜਾਂ ਦੇ ਉੱਤੇ। ਜੈਸ ਫੀਲ ਪਰਚਾਈ
ਨਾਮ ਜਪੇ ਨਿਤ ਨਏ ਬੇਸ ਜੋ। ਤੇ ਦੇਖੋ ਜਿਹੜਾ ਭਗਵਾਨ ਦੀ ਸੇਜਾ ਬਣਿਆ ਤੇ ਫਨ ਅਨੰਤ ਭਗਵੰਤ ਸੇਸ ਜੋ। ਸੇਸ ਦੀ ਜਗ੍ਹਾ ਤੇ ਸੇਜ ਬਣ ਜੇ ਸ਼ਬਦ ਸਹੀ ਲੱਗਦਾ ਹੈ ਕਿ ਅਨੰਤ ਫਣਾ ਵਾਲਾ ਭਗਵਾਨ ਦੀ ਸੇਜਾ ਬਣਿਆ। ਨਾਮ ਜਪੈ ਨਿਤ ਨਏ ਬੇਸ ਜੋ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਨਿਤ ਨਵਾਂ, ਚੰਗੇ ਤੋਂ ਚੰਗਾ ਬੇਸ ਨਾਮ ਹੈ ਚੰਗਾ, ਨਿਤ ਨਵਾਂ ਤੇ ਚੰਗਾ ਨਾਮ ਜਪਦਾ ਹੈ। ਜੈਸ ਫੀਲ ਪਰ ਰਾਈ ਦਾਨੋ। ਜਿਵੇਂ ਹਾਥੀ ਹੈ, ਹਾਥੀ ਇਸ ਤਰ੍ਹਾਂ ਤੁਸੀਂ ਜਾਣ ਲਓ। ਜੈਸ ਫੀਲ ਨਾਮ ਹਾਥੀ ਦਾ, ਪਰ ਰਾਈ ਦਾਨੋ। ਤੇ ਉਹ ਵੀ ਪਰ ਰਾਈ ਕਿਸੇ ਨੂੰ ਦਾਨ ਕਰਨਾ। ਨਾਰਾਇਣ ਜੈਸ ਫੀਲ ਪਰ ਰਾਈ ਦਾਨੋ। ਸੇਸ ਸੀਸ ਪਰ ਧਰ ਇਮ ਜਾਨੋ। ਤੇ ਸੇਸ ਸੀਸ ਪਰ ਜਿਹੜਾ ਸੇਸ ਹੈ, ਜਿਵੇਂ ਦੇਖੋ ਜੈਸ ਫੀਲ ਪਰ ਰਾਈ ਦਾਨੋ, ਜਿਵੇਂ ਹਾਥੀ ਦੇ ਉੱਤੇ ਕਿੰਨਾ ਲੋਕੀ ਭਾਰ ਲੱਦ ਲੈਂਦੇ ਐ ਤੇ ਹਾਥੀ ਜਿਹੜਾ ਕਿੰਨਾ ਭਾਰ ਚੁੱਕਦਾ, ਪਰਾਏ ਅਧੀਨ ਹੋਇਆ ਤੇ ਉਹ ਪਰਾਇਆ ਚੁੱਕਦਾ ਹੈ ਨਾ। ਇਸੇ ਤਰ੍ਹਾਂ ਜਿਹੜਾ ਸਾਡਾ ਸ਼ੇਸ਼ਨਾਗ ਭਗਵਾਨ ਹੈ, ਉਹ ਸੇਸ ਸੀਸ ਪਰ ਧਰ ਇਮ ਜਾਨੋ। ਧਰਤੀ ਸੇਸ ਦੇ ਸੀਸ ਉੱਤੇ ਇਸ ਤਰ੍ਹਾਂ ਧਰਤੀ ਜਾਣ ਲੋ। ਨਾਰਾਇਣ ਤਾਂ ਭੀਤਾ ਪਰ ਸੋ ਹੈ। ਫਿਰ ਵਿਸ਼ਨੂੰ ਭਗਵਾਨ ਉਹਦੇ ਉੱਤੇ ਪਏ ਸੋਭਾ ਪਾਉਂਦੇ, ਸੇਜ ਬਣਾਈ ਹੈ। ਨਹਿ ਸਮਰੱਥ ਸੇਸ ਸਮ ਕੋ ਹੈ। ਇਸ ਕਰਕੇ ਮਹਾਰਾਜ ਜੀ ਨੇ ਆਪਣੇ ਫਣ ਤੇ ਧਰਤੀ ਚੱਕੀ ਹੋਵੇ ਤੇ 2000 ਜੀਵ ਨਾਲ ਨਿਤ ਨਵਾਂ ਸੁੰਦਰ ਨਾਮ ਲੈਂਦਾ ਹੋਵੇ। ਵਿਸ਼ਨੂੰ ਭਗਵਾਨ ਦੀ ਸੇਜਾ ਬਣਿਆ ਹੋਵੇ। ਨਹਿ ਸਮਰੱਥ ਸੇਸ ਸਮ ਕੋ ਹੈ। ਸ਼ੇਸ਼ ਨਾਗ ਦੇ ਸਮਰੱਥ ਹੋਰ ਕੋਈ ਨਹੀਂ ਹੈ। ਨਿਸ ਦਿਨ ਵਹਿ ਭੀ ਨਾਮ ਉਚਰ ਹੈ। ਜਿਹੜਾ ਰਾਤ ਦਿਨ ਨਾਮ ਈਸ਼ਵਰ ਦਾ ਉਚਾਰਦਾ ਹੈ। ਨਾਮ ਉਚਾਰਨ ਆਪ ਭਿਰ ਹੈ। ਤੇ ਫਿਰ ਦੇਖੋ ਆਪ ਵੀ ਨਾਮ ਦਾ ਉਚਾਰ, ਜਾਂ ਕਿ ਨਾਮ ਉਚਾਰ, ਮਹਾਰਾਜ ਤੁਸੀਂ ਵੀ ਤੇ ਇਹੀ ਕਹਿੰਦੇ ਹੋ ਕਿ ਨਾਮ ਉਚਾਰਨ ਆਪ ਭਿਰ ਹੈ। ਆਪ ਜੀ ਵੀ ਨਾਮ ਦਾ ਉਚਾਰਨ ਆਪ ਉਪਦੇਸ਼ ਕਰਦੇ ਹੋ, ਜਾਂ ਉਹ ਨਾਮ ਜਪਦਾ ਹੈ ਆਪ ਤੇ ਉਪਦੇਸ਼ ਕਰਦਾ ਹੈ। ਜਾਂ ਤੇ ਹਮ ਉਪਾਸ ਹੈ ਸ਼ੇਸ਼ੈ। ਇਸ ਕਰਕੇ ਮਹਾਰਾਜ ਅਸੀਂ ਸ਼ੇਸ਼ਨਾਗ ਦੇ ਉਪਾਸ਼ਕ ਹਾਂ। ਗਹੋ ਆਪ ਭੀ ਜਹ ਮਤ ਬੇਸੈ। ਜਹ ਮਤ ਬੇਸੈ, ਬੇਸ ਨਾਮ ਚੰਗੇ ਦਾ, ਇਹ ਸਾਡਾ ਬਹੁਤ ਚੰਗਾ ਮਤ ਹੈ। ਮਹਾਰਾਜ ਗਹੋ ਆਪ ਵੀ, ਤੁਸੀਂ ਵੀ ਇਹਨੂੰ ਗ੍ਰਹਿਣ ਕਰ ਲਓ, ਤੁਸੀਂ ਵੀ ਸ਼ੇਸ਼ਨਾਗ ਦੇ ਮਤ ਵਿੱਚ ਆ ਜਾਵੋ। ਸ਼ੇਸ਼ਨਾਗ ਹਰ ਕੋ ਰਸ ਚਖ ਹੈ। ਇੱਥੇ ਹੁਣ ਗੁਰੂ ਮਹਾਰਾਜ ਕਹਿਣ ਲੱਗੇ ਸੇਸ ਨਾਮ ਹਰ ਕੋ ਰਸ ਚਖ ਹੈ। ਕਹਿੰਦੇ ਭਾਈ ਜਿਹੜਾ ਸ਼ੇਸ਼ਨਾਗ ਹੈ ਹਰੀ ਦੇ ਨਾਮ ਦੇ ਰਸ ਨੂੰ ਚਖਦਾ। ਸ਼ਕਤ ਉਠਾਵਨ ਕੀ ਧਰ ਰੱਖ ਹੈ। ਤਾਂ ਉਹਨੇ ਧਰਤੀ ਨੂੰ ਚੁੱਕਿਆ ਹੋਇਆ। ਇਹ ਮਤ ਜਾਣੋ ਕਿ ਸ਼ੇਸ਼ਨਾਗ ਦੇ ਵਿੱਚ ਕੋਈ ਤਾਕਤ ਹੈ, ਉਹਦੇ ਚ ਆਪਦੇ ਚ ਕੋਈ ਸ਼ਕਤੀ ਹੈ ਤਾਂ ਉਹ ਧਰਤੀ ਚੁੱਕੀ ਫਿਰਦਾ। ਨਹੀਂ, ਸ਼ੇਸ਼ ਨਾਮ ਹਰ ਕੋ ਰਸ ਚਖ ਹੈ। ਉਹ ਜਿਹੜਾ ਸ਼ੇਸ਼ਨਾਗ ਹੈ ਹਰੀ ਦਾ ਨਾਮ ਲੈਂਦਾ, ਇਹ ਰਸ ਚਖਦਾ ਹੈ। ਗੁਰੂ ਮਹਾਰਾਜ ਕਹਿੰਦੇ ਸ਼ਕਤ ਉਠਾਵਨ ਕੀ ਧਰ ਰੱਖ, ਤਾਂ ਉਹ ਧਰਤੀ ਨੂੰ ਚੁੱਕਣ ਦੀ ਸ਼ਕਤੀ ਰੱਖਦਾ। ਤੁਮ ਭੀ ਜਪੋ ਤਾਹੇ ਕਾ ਨਾਮ। ਮਹਾਰਾਜ ਕਹਿੰਦੇ ਭਾਈ ਫਿਰ ਤੁਸੀਂ ਵੀ ਉਸ ਪ੍ਰਮਾਤਮਾ ਦਾ, ਜਿਹਦਾ ਸ਼ੇਸ਼ਨਾਗ ਨਾਮ ਲੈਂਦਾ, ਤੁਸੀਂ ਵੀ ਉਸੇ ਦਾ ਹੀ ਲੈ ਲਓ। ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪੋ। ਘਟ ਘਟ ਵਿਆਪਕ ਜੋ ਸੁਖ ਧਮ। ਜਿਹੜਾ ਸੁੱਖਾਂ ਦਾ ਧਾਮ ਘਰ ਅਕਾਲ ਪੁਰਖ ਪ੍ਰਮਾਤਮਾ ਘਟ ਘਟ ਵਿੱਚ ਵਿਆਪਕ ਹੈ। ਪੈ ਹੋ ਮੁਕਤ ਭੁਗਤਨ ਦ੍ਰਿੜ ਨੀਕੇ। ਇਹਦੇ ਨਾਲ ਤੁਹਾਨੂੰ ਮੁਕਤੀ ਭੁਗਤੀ, ਲੋਕ ਤੇ ਪ੍ਰਲੋਕ ਦੇ ਸੁੱਖ ਦ੍ਰਿੜਤਾ ਕਰਕੇ ਕਹਿੰਦੇ ਭੁਗਤ ਨਾਮ ਇੱਥੋਂ ਦੇ ਪਦਾਰਥ ਸੁੱਖ ਮਿਲ ਜਾਣਗੇ ਤੇ ਮੁਕਤੀ ਦ੍ਰਿੜ ਨੀਕੇ, ਚੰਗੀ ਤਰ੍ਹਾਂ ਦ੍ਰਿੜਤਾ ਸਹਿਤ ਪੱਕੇ ਤੌਰ ਤੇ ਪੈ ਜਾਵੋ। ਮਾਨ ਨਾਏ ਸਿਰ ਗਏ ਸੋ ਨੀਕੇ। ਮਾਨ ਨਾਏ ਸਿਰ, ਇਹ ਮੰਨ ਗਏ ਤੇ ਸਿਰ ਨਵਾ ਕੇ ਗੁਰੂ ਪਾਤਸ਼ਾਹ ਨੂੰ ਚੰਗੀ ਤਰ੍ਹਾਂ ਉਹ ਵੀ ਭਾਈ ਚਲੇ ਗਏ। ਸਿੱਧ ਉਪਾਸ਼ਕ ਆਏ ਕੋਈ।
ਫਿਰ ਜਿਹੜੇ ਕੋਈ ਸਿੱਧਾਂ ਦੇ ਪਾਸ਼ਕ ਉਹ ਪਹੁੰਚੇ। ਜਾ ਬਿਦ ਉਨ ਸ਼ਰਧਾ ਸਹਿ ਗੋਈ। ਇਸ ਤਰ੍ਹਾਂ ਉਹਨਾਂ ਨੇ ਵੀ ਸ਼ਰਧਾ ਸਹਿਤ ਮਹਾਰਾਜ ਨੂੰ ਕੋਈ ਕਹੀਏ ਕਿਹਾ। ਸਤਨਾਥ ਆਦਿਕ ਸਿੱਧਵੇਸ਼ਵਰ, ਕਹਿੰਦੇ ਮਹਾਰਾਜ ਜਿਹੜਾ ਸਤਨਾਥ, ਨਾਥ ਕਹੀਏ ਮਾਲਕ, ਆਦਿਕ ਸਿੱਧ, ਜਿੰਨੇ ਵੀ ਸਿੱਧਨਾਥ ਨੇ, ਸਿੱਧੇਸ਼ਵਰ ਸਿੱਧਾਂ ਦੇ ਸੁਆਮੀ ਹਨ। ਤਿਨ ਕੋ ਹਮ ਮਾਨੈ ਪਰਮੇਸ਼ਵਰ, ਅਸੀਂ ਤਾਂ ਮਹਾਰਾਜ ਉਹਨਾਂ ਨੂੰ ਪਰਮੇਸ਼ਵਰ ਮੰਨਦੇ ਹਾਂ। ਲੋਕਾਂ ਜਾਣੇ ਆਦਿਕ ਵਿਦਿਆ ਬਹੁ, ਜਿਹੜੇ ਸਿੱਧ ਲੋਕ ਸੀ ਨਾ, ਲੋਕਾਂਜਨ, ਲੋ ਤੇ ਕਾਂਜਨ, ਲੋਕਾਂਜਨ ਸ਼ਬਦ, ਲੋਕ ਅੰਜਨ ਦੋ ਸ਼ਬਦਾਂ ਦਾ ਜੋੜ ਹੈ। ਸਿੱਧ ਲੋਕਾਂ ਦਾ ਸੁਰਮਾ, ਜਿਹਨੂੰ ਸਿੱਧ ਲੋਕ ਬਣਾਉਂਦੇ ਸੀ, ਅੱਖਾਂ 'ਚ ਪਾ ਕੇ ਲੁਕੇ ਹੋਏ ਪਦਾਰਥ ਨੂੰ ਵੀ ਵੇਖ ਲੈਂਦੇ ਸੀ, ਉਹਨੂੰ ਕਿਹਾ ਜਾਂਦਾ ਸੀ ਲੋਕ ਵੇਖਣ ਵਾਲਾ ਜਿਹੜਾ ਸੁਰਮਾ। ਲੋਕ ਅੰਜਨ, ਲੋਕਾਂਜਨ, ਲੋਕਾਂਜਨ ਆਦਿਕ ਵਿਦਿਆ ਬਹੁ। ਦੇਖੋ ਨਾ ਕੋਲ ਇਹੋ ਜੀ ਹੋਰ ਕਿੰਨੀ ਵਿਦਿਆ ਹੈ। ਜਾਨਤ ਹਮ ਤੁਮ ਹੂੰ ਭੇ ਸੀਖ ਲਓ। ਮਹਾਰਾਜ ਨੂੰ ਕਹਿੰਦੇ ਮਹਾਰਾਜ ਅਸੀਂ ਤਾਂ ਇਹ ਜਾਣਦੇ ਆ ਵੀ ਤੁਸੀਂ ਵੀ ਕਿਰਪਾ ਕਰੋ, ਉਹ ਸਿੱਖ ਲਓ, ਤੁਸੀਂ ਵੀ ਮੰਨ ਲਓ ਉਹਨਾਂ ਨੂੰ। ਸਕਲ ਪਦਾਰਥ ਦਹਿ ਬਤਾਈ, ਤੇ ਸਾਰੇ ਪਦਾਰਥ ਜਿੰਨੇ ਛੁਪੇ ਹੋਏ ਨੇ ਤੁਹਾਡੇ 'ਚ ਵੀ ਤਾਕਤ ਆਜੂ, ਦੱਸ ਦਿਆ ਕਰੋਗੇ। ਜੋ ਚਾਹੇ ਸੋ ਲੈ ਮੰਗਾਈ, ਤੇ ਜਿਹੜਾ ਵੀ ਤੁਹਾਨੂੰ ਕੋਈ ਚੀਜ਼ ਪਦਾਰਥ ਦੀ ਜ਼ਰੂਰਤ ਹੋਊ, ਜਿੱਥੇ ਬੈਠੇ ਹੋਵੋਗੇ ਉੱਥੇ ਹੀ ਮੰਗਾ ਲਿਆ ਕਰੋਗੇ। ਅਰ ਪੁਨ ਜਹਾਂ ਚਾਹੇ ਤਹਿ ਜਾਵੇ, ਅਣਮਾ ਮਹਿਮਾ ਸਿੱਧੀਆਂ ਪ੍ਰਾਪਤ ਹੋ ਗਈਆਂ। ਫਿਰ ਜਿੱਥੇ ਤੁਸੀਂ ਅਰ ਪੁਨ, ਫਿਰ ਮਹਾਰਾਜ ਇਹ ਵੀ ਹੈ ਕਿ ਜਿੱਥੇ ਚਾਹੋ ਉੱਥੇ ਚਲੇ ਜਾਵੋਗੇ ਤੁਸੀਂ। ਮਿੱਤਰ ਸੋ ਇੱਛ, ਮਿੱਤਰ ਸੋ ਇੱਛ ਹਮਕੋ ਆਵੇ, ਨਹੀਂ ਮਿੱਤਰ, ਹਾਂ ਮ੍ਰਿਤ ਸੋ ਅੱਛ ਹਮਕੋ ਆਵੇ। ਮਿੱਤਰ ਸੋ ਇੱਛਤ ਹਮਕੋ ਆਵੇ, ਹਾਂ ਸੋ ਇੱਛਤ ਪਦਾਰਥ ਹੈ ਇਹ ਭਾਵ। ਇੱਥੇ ਛਾਪਿਆਂ ਵਿੱਚ ਥੋੜਾ ਫਰਕ ਕਈ ਵਾਰ ਛਪਣੋਂ ਰਹਿੰਦਾ। ਮ੍ਰਿਤ ਸੋ ਅੱਛਤ ਹਮਕੋ ਆਵੇ, ਆਪਣੀ ਇੱਛਾ ਦੇ ਮੁਤਾਬਕ। ਮ੍ਰਿਤ ਸੋ ਇੱਛਤ, ਆਪਣੀ ਇੱਛਾ ਦੇ ਮੁਤਾਬਕ ਮੌਤ। ਜਦੋਂ ਤੁਹਾਨੂੰ ਮਰਜ਼ੀ ਹੋਊ ਉਦੋਂ ਮੌਤ ਆਊ, ਜੇ ਤੁਸੀਂ ਨਹੀਂ ਚਾਹੋਗੇ ਤਾਂ ਮੌਤ ਨਹੀਂ ਆਊਗੀ। ਇਹਨੂੰ ਮ੍ਰਿਤ ਸੋ ਇੱਛਤ ਹਮਕੋ ਆਵੇ। ਇਹ ਜਿਹੜੀ ਹੈ ਨਾ, ਸਾਨੂੰ ਤਾਂ ਮੌਤ ਵੀ ਇੱਛਾ ਮੁਤਾਬਕ ਆਉਂਦੀ ਹੈ। ਦੋਹਰਾ ਗੁਰ ਕਹਿ ਵਿਦਿਆ ਤੁਵ ਜਿੱਤੀ, ਅਤ ਅਨਰਥ ਕਾ ਹੇਤ। ਤੇ ਗੁਰੂ ਮਹਾਰਾਜ ਕੀ ਕਹਿਣ ਲੱਗੇ? ਸਤਿਗੁਰੂ ਕਹਿੰਦੇ ਭਾਈ ਇਹ ਜਿਹੜੀ ਵਿਦਿਆ ਤੁਸੀਂ ਜਿੰਨੀ ਵੀ ਜਾਣੀ ਹੈ, ਅਤ ਅਨਰਥ ਕਾ ਹੇਤ, ਇਹ ਤਾਂ ਜਾਣੋ ਅਨਰਥਾਂ ਦੇ ਕਾਰਨ ਬਣ ਗਈ। ਇਹ ਤਾਂ ਬਹੁਤ ਪਾਪਾਂ ਦਾ ਕਾਰਨ ਹੈ। ਬ੍ਰਹਮ ਵਿਦਿਆ ਆਗੇ ਸਭੀ ਆਹੇ ਅਵਿਦਿਆ ਜੇਤ। ਤੇ ਜਿਹੜੀ ਬ੍ਰਹਮ ਵਿਦਿਆ ਹੈ ਨਾ, ਉਹਦੇ ਅੱਗੇ ਇਹ ਸਾਰੀਆਂ ਜਿੰਨੀਆਂ ਵੀ ਹੋਰ ਵਿਦਿਆ ਨੇ ਅਵਿਦਿਆ ਰੂਪ ਹੈ। ਸਮਝੋ ਕਿ ਖਤਮ, ਅਨਪੜ੍ਹਤਾ ਦਾ ਰੂਪ, ਜਿਵੇਂ ਕਹੀਏ ਵੀ ਸਾਰੀਆਂ ਵਿਦਿਆ ਬਣ ਜਾਂਦੀਆਂ। ਬ੍ਰਹਮ ਵਿਦਿਆ ਤੋਂ ਉੱਪਰ ਕੋਈ ਵਿਦਿਆ ਨਹੀਂ ਹੈ। ਬਹੁ ਧਨ ਬਹੁ ਆਜੂ ਬੜੇ, ਜਗ ਕੋ ਬਹੁਤ ਚਿਤਾਨ। ਬਹੁਤਾ ਧਨ, ਬੜੀ ਬਹੁਤੀ ਉਮਰ ਵੱਧ ਗਈ, ਜਗ ਕੋ ਬਹੁਤ ਚਨਾਨ। ਚਿਤਾਨ ਨਾਮ ਹੈ ਆਪਣੇ ਬਲ ਨੂੰ ਖਿੱਚ ਕਰਨੀ, ਕਿਸੇ ਗੱਲ ਨੂੰ, ਜਗਤ ਨੂੰ ਆਪਣੇ ਬਲ ਨੂੰ ਖਿੱਚਣਾ, ਜਾਂ ਜਗਤ ਦੇ ਵਿੱਚ ਆਪਣੀ ਮਨੌਤ ਵਧਾ ਲਈ। ਹੈ ਬੰਧਨ ਕਾ ਹੇਤ ਸਭ ਮੁਕਤ ਨਾਮ ਤੈ ਮਾਨ। ਗੁਰੂ ਸਾਹਿਬ ਕਹਿਣ ਲੱਗੇ ਤਾਂ ਸਭ ਕੁਝ ਬੰਧਨਾਂ ਦਾ ਕਾਰਨ ਹੈ। ਜਿਹੜੀਆਂ ਇਹ ਤੁਸੀਂ ਗੱਲਾਂ ਕਰਦੇ ਹੋ, ਮੁਕਤ ਨਾਮ ਤੈ ਮਾਨ, ਮੁਕਤੀ ਤਾਂ ਭਾਈ ਨਾਮ ਦੁਆਰਾ ਹੋਣੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਤੇ ਕਿਰਪਾ ਕੀਤੀ ਹੈ। ਆਓ ਹੁਣ ਇੱਥੇ ਹੀ ਆਪਾਂ ਸਮਾਪਤੀ ਕਰੀਏ। ਬਾਕੀ ਕੱਲ ਕੁਝ ਕੁ ਵਿਚਾਰ ਇਸ ਤਰ੍ਹਾਂ ਦੀ ਹੋਰ ਆਊਗੀ। 5-7 ਮਿੰਟ ਇਹ ਰਹਿ ਗਈ ਸੀ ਵਿਚਾਰ ਕੱਲ ਦੀ, ਜਿਹੜੀ ਇਸ ਤਰ੍ਹਾਂ ਦਾ ਉਪਦੇਸ਼ ਹੈ। ਫਿਰ ਮਹਾਰਾਜ ਪਟਨੇ ਤੋਂ ਅੱਗੇ ਚੱਲਦੇ ਨੇ ਕਾਮਰੂ ਦੇਸ਼,
ਪਟਣੇ ਤੇ ਚੱਲ ਸਤਿਗੁਰੂ ਤਸੇ ਕਾਮਰੂ ਦੇਸ਼। ਜੈ ਅਠ ਖੋਲੀ ਸੁਦੀ ਨਾਰੀ ਆਏ ਬਸੇ। ਜੈ ਅਠ ਖੋਲੀ ਸੁਦਰੀ ਨਾਰੀ ਆਏ ਵਿਸ਼ੇਸ਼। ਇਸ ਤਰ੍ਹਾਂ ਵੀ ਗ੍ਰੰਥਾਂ ਵਿੱਚ ਲਿਖਿਆ। ਇਹ ਢਾਕੇ ਵੱਲ ਮਹਾਰਾਜ ਜਾਂਦੇ। ਸੰਖੇਪ ਇਤਿਹਾਸ ਹੈ ਤੇ ਮੁੱਖ ਫਿਰ ਅੱਗੇ ਆ ਜਾਣਾ, ਕਿਉਂਕਿ ਗਿਆਨੀ ਗਿਆਨ ਸਿੰਘ ਜੀ ਨੇ ਜਿਹੜਾ ਭਾਈ ਸਾਰਾ ਪੰਥ ਖਾਲਸੇ ਦਾ ਇਤਿਹਾਸ ਦੱਸਣਾ ਹੈ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।